ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੈ ਸੌਣ ਨਾ ਥਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡ ਆਖਾ ਨਾਉ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਚੰਦ ਸੂਰਜ ਦੋਏ ਗੁਫੈ ਨਾ ਦੇਖਾ, ਸੁਪਨੈ ਸੌਣ ਨਾ ਥਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡ ਆਖਾ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। ਔਰ ਇਹ ਸਮਾਗਮ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਚੱਲਦੇ ਹਨ। ਪਿਛਲੇ ਦਿਨੀਂ ਜੋ ਕਾਫੀ ਕੈਂਪਾਂ ਦੇ ਵਿੱਚ ਇਹ ਜਥਾ ਜਿਹੜਾ ਹੈ ਵਿਅਸਤ ਰਿਹਾ, ਜਿਹਦੇ ਕਰਕੇ ਇਹ ਲੜੀਵਾਰ ਜਿਹੜੀ ਕਥਾ ਇੱਕ ਵਾਰੀ ਰੋਕ ਦਿੱਤੀ ਗਈ ਸੀ। ਹੁਣ ਦੁਬਾਰਾ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਉੱਥੋਂ ਹੀ ਆਪਾਂ ਚਾਲੂ ਕਰ ਰਹੇ ਹਾਂ। ਇਸ ਤੋਂ ਪਹਿਲਾਂ ਜਿਹੜਾ ਦੀਵਾਨ ਸੱਜਿਆ ਸੀ, ਹਾਲੇ ਤੱਕ ਆਪਾਂ ਜੋ ਵਿਚਾਰ ਕੀਤੀ ਹੈ, ਜਪਜੀ ਸਾਹਿਬ ਮਹਾਰਾਜ ਜੀ ਦੀ ਬਾਣੀ, ਜਪਜੀ ਸਾਹਿਬ ਜੀ ਦੀ ਬਾਣੀ, ਫਿਰ ਸੋਦਰ ਦੀ ਬਾਣੀ, ਸੋਹਿਲਾ ਸਾਹਿਬ ਦੀ ਬਾਣੀ ਔਰ ਸ੍ਰੀ ਰਾਗ ਆਪਾਂ ਆਰੰਭ ਕਰ ਚੁੱਕੇ ਹਾਂ। ਸ੍ਰੀ ਰਾਗ ਦਾ ਪਹਿਲਾ ਸ਼ਬਦ ਆਪਾਂ ਪਿਛਲੇ ਸਮਾਗਮ ਦੇ ਵਿੱਚ ਵਿਚਾਰਿਆ ਹੈ। ਹੁਣ ਅੱਜ ਉਸ ਤੋਂ ਅਗਲੇਰੇ ਸ਼ਬਦ ਆਪਾਂ ਵਿਚਾਰ ਕਰਨੇ ਹਨ ਸਾਧ ਸੰਗਤ। ਸੋ ਆਓ ਸਤਿਗੁਰਾਂ ਦੇ ਚਰਨਾਂ 'ਤੇ ਅਰਦਾਸ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ, ਤੁਸੀਂ ਸਮਰੱਥ ਹੋ ਔਰ ਅਸੀਂ ਊਣਤਾਈਆਂ ਭੁੱਲਾਂ ਕਰਨ ਵਾਲੇ ਹਾਂ। ਇਸ ਕਰਕੇ ਸਤਿਗੁਰੂ ਜੀ ਆਪ ਹੀ ਰਹਿਮਤ ਕਰੋ, ਆਪ ਹੀ ਆਪਣੀ ਮਿਹਰ ਭਰਿਆ ਹੱਥ ਸਾਡੇ ਸੀਸ 'ਤੇ ਰੱਖ ਕਰਕੇ, ਸਾਡੇ ਸਿਰ 'ਤੇ ਰੱਖ ਕੇ ਆਪ ਹੀ ਕਿਰਪਾ ਕਰਕੇ ਇਹ ਕਥਾ ਦੀ ਸੇਵਾ ਲੈ ਲਵੋ। ਕਿਉਂਕਿ ਜਿਵੇਂ ਆਪ ਬੁਲਾਵੋਗੇ ਉਵੇਂ ਹੀ ਅਸੀਂ ਬੋਲ ਸਕਦੇ ਹਾਂ। ਸਤਿਗੁਰੂ ਆਪ ਸਮੱਤ ਬਖਸ਼ੋ, ਵਿੱਚ ਵਰਤ ਕੇ ਇਹ ਕਥਾ ਕਰਾਓ। ਸੋ ਆਓ ਸਾਰੇ ਸਾਧ ਸੰਗਤ ਆਪਾਂ ਸਤਿਗੁਰਾਂ ਦੇ ਚਰਨਾਂ 'ਤੇ ਆਪਣੀ ਸੁਰਤ ਨੂੰ ਜੋੜੀਏ, ਮਨ ਇਕਾਗਰ ਕਰੀਏ ਔਰ ਸਤਿਗੁਰੂ ਜੀ ਦੇ ਬਖਸ਼ੇ ਇਸ ਨਾਮ ਦੇ ਵਿੱਚ ਸਾਰੇ ਹਾਜ਼ਰੀ ਭਰੀਏ। ਰਸਨਾ ਤੋਂ ਸਾਰੇ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪ੍ਰਥਮ ਰਾਗ ਹੈ ਔਰ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹ ਬਚਨ ਹਨ। ਪਿਛਲੇ ਸ਼ਬਦ ਦੀ ਵਿਚਾਰ ਜੋ ਇਸ ਰਾਗ ਦਾ ਪਹਿਲਾ ਸ਼ਬਦ ਹੈ, ਮੋਤੀ ਤਾਂ ਮੰਦਰ ਊਸ ਰਹਿ, ਰਤਨੀ ਤਾਂ ਹੋ ਹੈ ਜੜਾਓ। ਇਹ ਸ਼ਬਦ ਦੀ ਵਿਚਾਰ ਜਦੋਂ ਆਪਾਂ ਆਰੰਭ ਕੀਤੀ ਸੀ, ਸ੍ਰੀ ਰਾਗ ਦੇ ਸੰਬੰਧ ਵਿੱਚ ਆਪਾਂ ਕੁਝ ਬੇਨਤੀਆਂ ਕੀਤੀਆਂ ਸੀ।
ਤਾਂ ਕਿ ਇਸ ਰਾਗ ਦੇ ਬਾਰੇ ਵੀ ਥੋੜ੍ਹੀ ਸਾਨੂੰ ਸਮਝ ਲੱਗ ਸਕੇ। ਤੋ ਉਦੋਂ ਆਪਾਂ ਇਹ ਸ੍ਰੀ ਰਾਗ, ਇਸ ਰਾਗ ਦੇ ਬਾਰੇ ਵਿਚਾਰ ਕਰ ਚੁੱਕੇ ਹਾਂ। ਪਰ ਤੁਸੀਂ ਆਮ ਤੌਰ 'ਤੇ ਸਾਧ ਸੰਗਤ ਵੇਖੋ, ਜਦੋਂ ਵੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਿਜ ਪਾਠ ਕਰਦੇ ਹਾਂ, ਥੋੜ੍ਹਾ ਮਹਿਸੂਸ ਕਰਕੇ ਦੇਖਿਆ ਕਰੋ ਵੀ ਇਹਨਾਂ ਰਾਗਾਂ ਦੇ ਵਿੱਚ ਵੀ ਇੱਕ ਅਹਿਸਾਸ ਲੁਕਿਆ ਹੁੰਦਾ ਹੈ। ਜਿਵੇਂ ਆਪਾਂ ਸੂਹੀ ਰਾਗ ਪੜ੍ਹਦੇ ਹਾਂ, ਅਤੇ ਜਦੋਂ ਅਸੀਂ ਸੂਹੀ ਰਾਗ ਦੇ ਅੰਦਰ ਜਿੰਨੇ ਵੀ ਸ਼ਬਦ ਪੜ੍ਹਾਂਗੇ, ਜ਼ਿਆਦਾਤਰ ਉਹਨਾਂ ਸ਼ਬਦਾਂ ਦੇ ਵਿੱਚ ਤੁਸੀਂ ਵੇਖਿਓ ਇੱਕ ਦੁਲਹਨ ਦਾ ਜ਼ਿਕਰ ਹੋਏਗਾ, ਸੂਹੇ ਰੰਗ ਦਾ ਜ਼ਿਕਰ ਹੋਏਗਾ। ਐਸੇ ਦ੍ਰਿਸ਼ਟਾਂਤ ਲੈ ਕੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਹਨ। ਇਵੇਂ ਹੀ ਹੁਣ ਜਦੋਂ ਅਸੀਂ ਸ੍ਰੀ ਰਾਗ ਪੜ੍ਹਦੇ ਹਾਂ, ਤਾਂ ਸ੍ਰੀ ਰਾਗ ਦੇ ਵਿੱਚ ਜਿਹੜੇ ਜ਼ਿਆਦਾਤਰ ਬਚਨ ਹਨ, ਉਹ ਇੱਕ ਤਰ੍ਹਾਂ ਦਾ ਜਿਵੇਂ ਇੰਜ ਕਹਿ ਲਓ ਵੀ ਇੱਕ ਜਾਣਕਾਰੀ ਦਿੱਤੀ ਜਾ ਰਹੀ ਆ, ਇੱਕ ਸੇਧ ਦਿੱਤੀ ਜਾ ਰਹੀ ਆ, ਸੁਚੇਤ ਕੀਤਾ ਜਾ ਰਿਹਾ ਹੈ। ਜਿਵੇਂ ਪਹਿਲੇ ਬਚਨ ਦੇ ਵਿੱਚ ਵੀ ਇੱਕ ਸੁਚੇਤ ਕੀਤਾ ਜਾ ਰਿਹਾ ਵੀ ਭਾਈ ਇਹ ਮੋਤੀਆਂ ਦੇ ਜਿਹੜੇ ਮੰਦਰ ਵੀ ਭਾਵੇਂ ਉਸਰ ਜਾਣ, ਪਰ ਇਹ ਗੱਲ ਯਾਦ ਰੱਖੀ, ਤੈਨੂੰ ਅੰਦਰ ਦਾ ਸੁੱਖ ਵਾਹਿਗੁਰੂ ਨਾਲ ਜੁੜ ਕੇ ਹੀ ਮਿਲ ਸਕਦਾ ਹੈ। ਵਾਹਿਗੁਰੂ ਤੋਂ ਟੁੱਟ ਕੇ ਭਾਵੇਂ ਜਿੰਨੀਆਂ ਮਰਜ਼ੀ ਦੌਲਤਾਂ ਦੇ ਵਿੱਚ ਰਹਿ ਬੈਠਦਾ ਹੋਵੇਂ, ਜਿੰਨੇ ਮਰਜ਼ੀ ਸੋਹਣੇ ਘਰਾਂ ਦੇ ਵਿੱਚ ਬੈਠਦਾ ਹੋਵੇਂ, ਵਾਹਿਗੁਰੂ ਤੋਂ ਟੁੱਟ ਕੇ ਤੈਨੂੰ ਕਦੀ ਵੀ ਅੰਦਰ ਦਾ ਸੁੱਖ ਨਹੀਂ ਮਿਲ ਸਕਦਾ। ਸੁਚੇਤ ਕੀਤਾ ਜਾ ਰਿਹਾ। ਹੁਣ ਅੱਜ ਜਿਹੜਾ ਆਪਾਂ ਬਚਨ ਵਿਚਾਰ ਰਹੇ ਹਾਂ, ਇਸ ਬਚਨ ਦੇ ਵਿੱਚ ਵੀ ਸਾਨੂੰ ਕਿਤੇ ਨਾ ਕਿਤੇ ਇੱਕ ਸੁਚੇਤਤਾ ਵਾਲਾ ਅਹਿਸਾਸ ਮਿਲੇਗਾ। ਸ੍ਰੀ ਰਾਗ ਦੇ ਅੰਦਰ ਜ਼ਿਆਦਾਤਰ ਐਸਾ ਭਾਵ ਟਿਕਿਆ ਹੋਇਆ ਜ਼ਿਆਦਾਤਰ। ਔਰ ਇਸ ਕਰਕੇ ਸਾਧ ਸੰਗਤ ਆਓ, ਸ੍ਰੀ ਰਾਗ ਦਾ ਇਹ ਬਚਨ ਹੈ। ਇਸ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਇਹ ਬਚਨ ਗਾਇਨ ਕੀਤੇ ਹਨ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਬਖਸ਼ਿਸ਼ ਕਰਦੇ ਹਨ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹਨਾਂ ਬਚਨਾਂ ਦੀ ਪ੍ਰਾਰੰਭਤਾ ਕਰਦੇ ਹਨ। ਔਰ ਆਮ ਤੌਰ 'ਤੇ ਆਪਾਂ ਜੇ ਇਤਿਹਾਸ ਦੇ ਨਾਲ ਸੰਬੰਧਿਤ ਕੋਈ ਉਥਾਨਕਾ ਜੁੜੀ ਹੋਵੇ, ਆਪਾਂ ਉਹ ਜ਼ਰੂਰ ਸਾਂਝੀ ਕਰਦੇ ਹਾਂ। ਤੋ ਸਾਧ ਸੰਗਤ, ਜੋ ਇਤਿਹਾਸ ਦੇ ਵਿੱਚ ਸਾਖੀਆਂ ਦੇ ਵਿੱਚ ਮਿਲਦਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਵੇਈ ਨਦੀ ਵਿੱਚ ਪ੍ਰਵੇਸ਼ ਕਰਦੇ ਹਨ ਔਰ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕੇ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਖਲੋਂਦੇ ਹਨ, ਉਸ ਵਕਤ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਮਾਤਮਾ ਦੀ ਸਿਫਤ ਕਰਦਿਆਂ ਸੋਦਰ ਦਾ ਬਚਨ ਉਚਾਰਨ ਕੀਤਾ ਹੈ, ਉੱਥੇ ਸਾਡੇ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਵੀ ਇਹ ਸ਼ਬਦ ਵੀ ਪ੍ਰਮਾਤਮਾ ਦੀ ਸਿਫਤ ਦੇ ਵਿੱਚ ਪ੍ਰਮਾਤਮਾ ਦੇ ਸਨਮੁਖ ਹੋ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਹੁਣ ਇਹ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਸੁਚੇਤ ਕਰਦੇ ਪਏ ਹਨ ਕਿ ਭਾਈ ਤੂੰ ਜਿੰਨੇ ਮਰਜ਼ੀ ਯਤਨ ਕਰ ਲੈ, ਕੋਸ਼ਿਸ਼ਾਂ ਕਰ ਲੈ, ਪਰ ਇਸ ਗੱਲੋਂ ਸੁਚੇਤ ਰਹੀਂ। ਇਹ ਗੱਲ ਦਾ ਹਿਰਦੇ ਵਿੱਚ ਅਹਿਸਾਸ ਜ਼ਰੂਰ ਰੱਖੀ ਕਿ ਪ੍ਰਮਾਤਮਾ ਦੀ ਕਦੀ ਕੀਮਤ ਨਹੀਂ ਪੈ ਸਕਦੀ, ਭਾਵੇਂ ਅਲੱਗ-ਅਲੱਗ ਤਰੀਕਿਆਂ ਦੇ ਯਤਨ ਕਰਕੇ ਵੇਖ ਲੈ। ਇਸ ਸ਼ਬਦ ਦੇ ਵਿੱਚ 4 ਪਦੇ ਆਉਂਦੇ ਨੇ ਸਾਧ ਸੰਗਤ। ਉਹਨਾਂ 4 ਪਦਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਯਤਨਾਂ ਦਾ ਜ਼ਿਕਰ ਕੀਤਾ ਹੈ ਵੀ ਤੂੰ ਇਹ ਯਤਨ ਕਰਕੇ ਵੇਖ ਲਾ ਤਾਂ ਵੀ ਕੀਮਤ ਨਹੀਂ ਪੈਣੀ। ਫਿਰ ਦੂਸਰੇ ਯਤਨ ਦਾ ਜ਼ਿਕਰ ਆਵੇਗਾ, ਉਹ ਆਪਾਂ ਸਾਰੇ ਇਹਨਾਂ ਪਦਿਆਂ ਵਿੱਚ ਵਿਚਾਰ ਕਰਾਂਗੇ। ਤੋਂ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਕੋਟ ਕੋਟੀ ਮੇਰੀ ਆਰਜਾ। ਹੇ ਵਾਹਿਗੁਰੂ ਜੀ, ਭਾਵੇਂ ਮੇਰੀ ਉਮਰ ਆਰਜਾ ਕਰੋੜਾਂ ਸਾਲ ਜਿੰਨੀ ਹੋ ਜਾਵੇ, ਕਰੋੜਾਂ ਸਾਲ ਮੇਰੀ ਉਮਰ ਹੋਵੇ, ਪਵਨ ਪੀਣ ਅਪਿਆਓ। ਮਹਾਰਾਜ ਕਹਿੰਦੇ ਹਵਾ ਹੀ ਮੇਰੇ ਵਾਸਤੇ ਖਾਣ ਪੀਣ ਦਾ ਆਹਾਰ ਹੋਵੇ, ਭਾਵ ਮੈਨੂੰ ਖਾਣ ਪੀਣ ਵਾਸਤੇ ਕੋਈ ਚੀਜ਼ ਨਾ ਚਾਹੀਦੀ ਹੋਵੇ, ਹਵਾ ਦੇ ਸਹਾਰੇ ਹੀ ਮੈਂ ਜਿਉਂਦਾ ਹੋਵਾਂ। ਇਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਚੰਦ ਸੂਰਜ ਦੋਏ ਗੁਫਾ ਨਾ ਦੇਖਾ, ਸੁਪਨਾ ਸੌਣ ਨਾ ਥਾਓ। ਫਿਰ ਮਹਾਰਾਜ ਕਹਿੰਦੇ ਗੁਫਾ ਵਿੱਚ ਬੈਠ ਕੇ ਐਸਾ ਤਪ ਕਰਾਂ, ਇੰਨੀ ਘਾਲਣਾ, ਇੰਨੀ ਮਿਹਨਤ ਕਰਾਂ ਵੀ ਅੰਦਰ ਹੀ ਬੈਠਾ ਰਵਾਂ, ਬਾਹਰ ਨਿਕਲਾਂ ਹੀ ਨਾ, ਕਦੀ ਚੰਦ ਤੇ ਸੂਰਜ ਨੂੰ ਮੈਂ ਵੇਖਿਆ ਵੀ ਨਾ ਹੋਵੇ। ਭਾਵ ਅੰਦਰ ਮੈਂ ਬੈਠ ਕੇ ਮੇਰੀ ਇੰਨੀ ਸਿਟਿੰਗ ਹੋਵੇ, ਇੰਨੀ ਬੈਠਕ ਹੋਵੇ। ਚੰਦ ਸੂਰਜ ਦੋਏ ਗੁਫਾ ਨਾ ਦੇਖਾ, ਸੁਪਨੇ ਸੌਣ ਨਾ ਥਾਓ। ਤੇ ਸੁਪਨੇ ਵਿੱਚ ਵੀ ਸੌਣ ਨੂੰ ਥਾਂ ਨਾ ਮਿਲੇ, ਭਾਵ ਇੰਨੀ ਘਾਲਣਾ ਘਾਲਦਾ ਹੋਵਾਂ ਵੀ ਸੁਪਨੇ ਵਿੱਚ ਵੀ ਮੇਰੇ ਅੱਖਾਂ 'ਚ ਨੀਂਦਰ ਨਾ ਪਵੇ, ਭਾਵ ਜਮਾਂ ਵੀ ਸੌਣ ਨੂੰ ਮਿਲਦਾ ਨਾ ਹੋਵੇ। ਹੁਣ ਆਮ ਤੌਰ 'ਤੇ ਤੁਸੀਂ ਵੇਖੋ, ਬੰਦਾ ਕਿਸੇ ਚੀਜ਼ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਅਤੇ ਉਹ ਪੂਰੀ ਘਾਲਣਾ ਕਰਨੀ ਚਾਹੁੰਦਾ, ਅਤੇ ਇਹਦੇ ਤੋਂ ਵੱਧ ਕੀ ਮਿਹਨਤ ਹੋ ਸਕਦੀ ਹੈ। ਬੰਦਾ ਚਾਹੁੰਦਾ ਵੀ ਮੈਂ ਫਰਜ਼ ਕਰ ਲਓ ਕਿਸੇ ਨੇ IAS ਅਫਸਰ ਬਣਨਾ ਹੈ ਜਾਂ ਕਿਸੇ ਚੀਜ਼ ਦੀ ਪ੍ਰਾਪਤੀ ਕਰਨੀ, ਉਹ ਚਾਹੁੰਦਾ ਵੀ ਮੇਰੀ ਵੱਧ ਤੋਂ ਵੱਧ ਬੈਠਕ ਹੋਵੇ, ਵੱਧ ਤੋਂ ਵੱਧ ਸਿਟਿੰਗ ਹੋਵੇ। ਅਤੇ ਵੱਧ ਤੋਂ ਵੱਧ ਬੈਠਕ ਵਾਸਤੇ ਕੀ ਚਾਹੀਦਾ ਵੀ ਇਹਨੂੰ ਜ਼ਿਆਦਾ ਸਮਾਂ ਚਾਹੀਦਾ ਹੈ। ਉਹਦੇ ਲਈ ਮਹਾਰਾਜ ਕਹਿੰਦੇ ਤੇਰੀ ਮੰਨ ਲਓ ਮੇਰੀ ਉਮਰ ਕਰੋੜਾਂ ਸਾਲ ਹੋ ਗਈ, ਸਮਾਂ ਕਿੰਨਾ ਮਿਲ ਗਿਆ। ਅਤੇ ਫਿਰ ਮਹਾਰਾਜ ਕਹਿੰਦੇ ਵੀ ਹੁਣ ਮਿਹਨਤ ਕਰਨੀ ਆ, ਫਿਰ ਉਹਦੇ ਲਈ ਕੋਈ ਇਨਵੈਸਟਮੈਂਟ ਵੀ ਕਰਨੀ ਪੈਂਦੀ ਆ।
ਰੋਟੀ ਪਾਣੀ ਦਾ ਪ੍ਰਬੰਧ ਤਾਂ ਕਰਨਾ ਪੈਣਾ, ਉਹਦੇ 'ਚ ਵੀ ਸਮਾਂ ਜਾ ਸਕਦਾ ਹੈ। ਮਹਾਰਾਜ ਕਹਿੰਦੇ ਉਹ ਵੀ ਨਾ ਕਰਨਾ ਪਵੇ, ਹਵਾ ਦੇ ਆਸਰੇ ਜਿਉਂਦਾ ਹੋਵਾਂ, ਮੰਨ ਲਓ ਐਸੇ ਹਾਲਾਤ ਬਣ ਜਾਣ, ਤੇ ਫਿਰ ਗੁਫਾ ਦੇ ਵਿੱਚ ਇੰਨੀ ਮੇਰੀ ਬੈਠਕ ਹੋਵੇ ਵੀ ਚੰਦਰਮਾ ਤੇ ਸੂਰਜ ਦੇਖਣ ਨੂੰ ਹੀ ਨਾ ਮਿਲਣ, ਕਦੀ ਵੇਖੇ ਹੀ ਨਾ ਹੋਣ ਮੈਂ, ਤੇ ਸੁਪਨੇ ਵਿੱਚ ਵੀ ਮੈਂ ਸੁੱਤਾ ਨਾ ਹੋਵਾਂ। ਭਾਵ ਮੈਨੂੰ ਜਮਾਂ ਵੀ ਸੌਣ ਨੂੰ ਸਮਾਂ ਨਾ ਮਿਲੇ, ਥਾਂ ਨਾ ਮਿਲੇ, ਅੱਖਾਂ ਵਿੱਚ ਨੀਂਦ ਨਾ ਪਵੇ, ਇੰਨੀ ਮੇਰੀ ਘਾਲਣਾ ਹੋਵੇ, ਇੰਨੀ ਬੈਠਕ ਹੋਵੇ। ਤੇ ਇੰਨੀ ਘਾਲਣਾ ਤੋਂ ਬਾਅਦ ਕੀ ਪਰਮਾਤਮਾ ਦੀ ਅਸੀਂ ਕੀਮਤ ਪਾ ਸਕਦੇ ਹਾਂ? ਅਗਲੇ ਪੰਕਤੀ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਵੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਵੀ ਤੇਰੀ ਕੀਮਤ ਨਾ ਪਵੈ, ਹੁਣ ਇੱਥੇ ਨੰਨੇ ਨੂੰ ਕੰਨਾ ਹੈ, ਨਾ ਪਵੈ, ਹਉ ਕੇਵਡ ਆਖਾ ਨਾਉ। ਮਹਾਰਾਜ ਕਹਿੰਦੇ ਤਾਂ ਵੀ ਵਾਹਿਗੁਰੂ ਜੀ ਤੇਰੀ ਕੀਮਤ ਨਹੀਂ ਪੈ ਸਕਦੀ, ਤੇਰਾ ਮੁੱਲ ਨਹੀਂ ਪੈ ਸਕਦਾ, ਤੇਰੇ ਬਰਾਬਰ ਦੀ ਕੋਈ ਸ਼ੈ ਨਹੀਂ ਲੱਭੀ ਜਾ ਸਕਦੀ। ਤੇ ਵਾਹਿਗੁਰੂ ਹਉ ਕੇਵਡ ਆਖਾ ਨਾਉ, ਕਿਵੇਂ ਮੈਂ ਤੇਰੇ ਨਾਮਨੇ ਨੂੰ ਬਿਆਨ ਕਰਾਂ, ਤੇ ਕਿੰਨੀ ਕੁ ਮੈਂ ਤੇਰੀ ਵਡਿਆਈ ਕਹਿ ਲੂੰਗਾ। ਤੇਰੀ ਵਡਿਆਈ ਇੰਨੀ ਆ ਵੀ ਕਰੋੜਾਂ ਸਾਲ ਬੈਠ ਕੇ ਵੀ ਮੈਂ ਤੈਨੂੰ ਵਡਿਆਉਂਦਾ ਰਵਾਂ ਤਾਂ ਵੀ ਤੇਰੀ ਵਡਿਆਈ ਮੁੱਕਣੀ ਨਹੀਂ, ਮੈਂ ਹੁਣ ਤੇਰੀ ਕੀਮਤ ਕਿਵੇਂ ਪਾ ਲਵਾਂਗਾ। ਤੋ ਇਹ ਪਹਿਲੇ ਪਦੇ ਵਿੱਚ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਸਾਚਾ ਨਿਰੰਕਾਰ ਨਿਜ ਥਾਏ। ਫਿਰ ਆਉਂਦੀ ਆ ਰਹਾਉ ਦੀ ਤੁਕ। ਇਹ ਰਹਾਉ ਦੇ ਬਚਨ ਹਨ। ਰਹਾਉ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਸੈਂਟਰਲ ਆਈਡੀਆ। ਤੋ ਇਸ ਸ਼ਬਦ ਦੇ ਸੈਂਟਰਲ ਆਈਡੀਆ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸਾਚਾ ਨਿਰੰਕਾਰ ਨਿਜ ਥਾਏ। ਇਹ ਦਾਸ ਸੰਥਿਆ ਕਰਾਉਣ ਲੱਗਿਆ ਕਈ ਵਾਰੀ ਬੇਨਤੀ ਕਰਦਾ ਹੁੰਦਾ ਹੈ ਵੀ ਜਦੋਂ ਜਿਵੇਂ ਹੁਣ ਥਾਏ ਤੇ ਇਹਦੇ ਵਿੱਚ ਈੜੀ ਨੂੰ ਸਿਹਾਰੀ ਲੱਗੀ ਹੈ, ਛੋਟੀ ਮਾਤਰਾ ਹੈ, ਲਘੂ ਮਾਤਰਾ ਹੈ, ਤੇ ਉਦੋਂ ਫਿਰ ਉਸ ਤੋਂ ਪਿਛਲੀ ਮਾਤਰਾ ਨੂੰ ਲੰਬਾ ਕਰ ਦਈਦਾ ਹੁੰਦਾ ਹੈ ਤਾਂ ਕਿ ਉਹ ਈੜੀ ਨੂੰ ਸਿਹਾਰੀ ਦਾ ਉਚਾਰਨ ਸ਼ੁੱਧ ਹੋ ਜਾਵੇ। ਕਿਉਂਕਿ ਈੜੀ ਨੂੰ ਸਿਹਾਰੀ ਇਹ ਕਰਕੇ ਪੜਾਂਗੇ, ਜੇ ਆਪਾਂ ਥਾਏ ਪੜਾਂਗੇ ਫਿਰ ਈੜੀ ਨੂੰ ਲਾਂ ਲੱਗ ਜਾਂਦੀ ਹੈ, ਜੇ ਆਪਾਂ ਥਾਏ ਕਰਕੇ ਪੜਾਂਗੇ ਫਿਰ ਈੜੀ ਨੂੰ ਸਿਹਾਰੀ ਲੱਗਦੀ ਹੈ। ਤੋ ਇੱਥੇ ਈੜੀ ਨੂੰ ਸਿਹਾਰੀ ਹੈ। ਕਿਤੇ ਵੀ ਇਸ ਤਰ੍ਹਾਂ ਆ ਜਾਵੇ ਵੀ ਅਖੀਰ ਤੇ ਛੋਟੀ ਮਾਤਰਾ ਹੈ, ਉਦੋਂ ਫਿਰ ਕੀ ਕਰਨਾ ਹੁੰਦਾ ਵੀ ਪਿਛਲੀ ਮਾਤਰਾ ਨੂੰ ਲੰਬਾ ਕਰ ਦਿਓ, ਆਪਣੇ ਆਪ ਸ਼ੁੱਧ ਉਚਾਰਨ ਨਿਕਲੇਗਾ। ਸਾਚਾ ਨਿਰੰਕਾਰ ਨਿਜ ਥਾਏ। ਮਹਾਰਾਜ ਕਹਿੰਦੇ ਉਹ ਜਿਹੜਾ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ, ਆਕਾਰ ਤੋਂ ਰਹਿਤ ਪਰਮਾਤਮਾ ਜਿਹੜਾ ਹੈ, ਉਹ ਆਪਣੇ ਆਪੇ 'ਚ ਟਿਕਿਆ ਹੋਇਆ ਹੈ। ਉਹ ਹਿੱਲ ਜੁਲ ਨਹੀਂ, ਮਤਲਬ ਇਹ ਨਹੀਂ ਵੀ ਕਦੀ ਇੱਥੇ ਸਾਡੇ ਕਹਿਣ ਨਾਲ ਉਹ ਵੱਡਾ ਹੋ ਜਾਊਗਾ, ਸਾਡੀ ਸਿਫਤ ਕਰਨ ਨਾਲ ਵੱਡਾ ਹੋ ਜਾਊਗਾ ਤੇ ਸਾਡੀ ਨਿੰਦਿਆ ਕਰਨ ਨਾਲ ਛੋਟਾ ਹੋ ਜਾਊਗਾ। ਉਹ ਆਪਣੇ ਆਸਣ 'ਤੇ ਟਿਕਿਆ ਹੋਇਆ ਹੈ, ਉਹਨੂੰ ਕੋਈ ਫਰਕ ਨਹੀਂ ਪੈਣਾ। ਉਹ ਪਰਮਾਤਮਾ ਜਿਹੜਾ ਇੱਕ ਟਿਕਾਓ ਦੇ ਵਿੱਚ ਬੈਠਾ ਹੋਇਆ ਹੈ ਜੀ। ਸੁਣ ਸੁਣ ਆਖਣ ਆਖਣਾ, ਜੇ ਭਾਵੈ ਕਰੇ ਤਮਾਏ। ਮਹਾਰਾਜ ਕਹਿੰਦੇ ਹਨ ਵੀ ਹੁਣ ਸੁਣ ਸੁਣ ਕੇ ਅਸੀਂ ਉਹਨੂੰ ਆਖ ਤਾਂ ਰਹੇ ਹਾਂ, ਪਰ ਸਾਡੇ ਹਿਰਦੇ ਵਿੱਚ ਉਹਨੂੰ ਮਿਲਣ ਦੀ ਤਾਂਘ ਤਾਂ ਹੀ ਪੈਦਾ ਹੋ ਸਕਦੀ ਜੇ ਉਹਨੂੰ ਚੰਗਾ ਲੱਗੇ ਤਾਂ। ਇੱਕ ਦੂਸਰੇ ਅਰਥ ਇਹ ਵੀ ਕੀਤੇ ਜਾਂਦੇ ਹਨ ਕਿ ਇਹ ਨਹੀਂ ਮਤਲਬ ਵੀ ਹੁਣ ਅਸੀਂ ਉਹਦੀ ਕੀਮਤ ਨਹੀਂ ਪਾ ਸਕਦੇ ਤੇ ਉਹਨੂੰ ਵਡਿਆਉਣਾ ਹੀ ਨਹੀਂ। ਹੁਣ ਮਹਾਰਾਜ ਵਾਰ-ਵਾਰ ਇਹ ਗੱਲ ਕਹਿੰਦੇ ਵੀ ਉਹਦੀ ਕੀਮਤ ਨਹੀਂ ਪੈ ਸਕਦੀ, ਜਦੋਂ ਤੂੰ ਜਿੰਨੀ ਮਰਜ਼ੀ ਸਿਫਤ ਕਰ ਲੈ, ਕਰੋੜਾਂ ਸਾਲ ਬੈਠ ਕੇ ਵੀ ਸਿਫਤ ਕਰੀ ਜਾ, ਉਹਦਾ ਮੁੱਲ ਨਹੀਂ ਪੈ ਸਕਦਾ। ਤੇ ਹੁਣ ਬੰਦਾ ਇਹ ਸੋਚੇ ਵੀ ਉਹਦਾ ਕੀਮਤ ਤਾਂ ਪੈ ਨਹੀਂ ਸਕਦੀ, ਉਹਨੂੰ ਵਡਿਆਉਣ ਦੀ ਲੋੜ ਹੀ ਨਹੀਂ, ਨਿਤਨੇਮ ਕਰਨ ਦੀ ਲੋੜ ਹੀ ਨਹੀਂ, ਉਹਨੂੰ ਜਪਣ ਦੀ ਲੋੜ ਹੀ ਨਹੀਂ। ਮਹਾਰਾਜ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਵੀ ਤੂੰ ਜਪਣਾ ਛੱਡ ਦੇਣਾ ਹੈ, ਤੂੰ ਉਹਨੂੰ ਉਹਦੇ ਸ਼ਬਦ ਨੂੰ ਸੁਣ ਸੁਣ ਕੇ, ਜੋ ਬਾਣੀ ਵਿੱਚ ਲਿਖਿਆ ਹੈ, ਜੋ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ, ਉੱਥੋਂ ਵਾਹਿਗੁਰੂ ਜੀ ਦੀ ਸਿਫਤ ਸੁਣ ਸੁਣ ਕੇ ਉਹਨੂੰ ਆਖਿਆ ਕਰ, ਉਹਦੀ ਸਿਫਤ ਕਰਿਆ ਕਰ। ਪਰ ਉਹਦੀ ਸਿਫਤ ਕਰਕੇ ਤੂੰ ਹਿਰਦੇ 'ਚ ਇਹ ਨਾ ਬਿਠਾ ਲਈ ਵੀ ਤੇਰੀ ਮਿਹਨਤ ਤੋਂ ਬਾਅਦ ਰੱਬ ਦੀ ਕੀਮਤ ਪਾ ਲਵੇਂਗਾ। ਤੂੰ ਮਿਹਨਤ ਕਰਨੀ ਹੈ, ਪਰ ਤੇਰੀ ਮਿਹਨਤ ਦੇ ਬਦਲੇ ਰੱਬ ਨਹੀਂ ਮਿਲਣਾ, ਰੱਬ ਦੀ ਪ੍ਰਾਪਤੀ ਉਹਦੀ ਕਿਰਪਾ ਨਾਲ ਹੀ ਮਿਲਣੀ ਹੈ। ਇਸ ਕਰਕੇ ਜਿੰਨੀ ਮਰਜ਼ੀ ਘਾਲਣਾ ਘਾਲ ਲਈਏ, ਅਸੀਂ ਹਿਰਦੇ ਵਿੱਚ ਇਹੀ ਅਹਿਸਾਸ ਰੱਖਣਾ ਵੀ ਜੋ ਵੀ ਕੁਝ ਮਿਲਣਾ ਹੈ ਉਹ ਵਾਹਿਗੁਰੂ ਦੀ ਕਿਰਪਾ ਨਾਲ ਮਿਲਣਾ ਹੈ। ਜੇ ਮੇਰੀ ਘਾਲਣਾ ਕਰਕੇ ਹੀ ਮਿਲਣਾ ਹੁੰਦਾ ਫਿਰ ਤਾਂ ਮੇਰੀ ਘਾਲਣਾ ਵੱਡੀ ਹੋ ਗਈ, ਰੱਬ ਛੋਟਾ ਹੋ ਗਿਆ। ਏਕ ਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਉਹ ਦਾਤ ਹੀ ਕੀ ਹੈ ਜਿਹੜੀ ਮੈਂ ਮਿਹਨਤ ਕਰਕੇ ਲੈ ਲਈ। ਇਸ ਕਰਕੇ ਦਾਤ ਉਹ ਹੁੰਦੀ ਹੈ ਸਾਧ ਸੰਗਤ ਜਿਹੜੀ ਪਰਮਾਤਮਾ ਤਰੁੱਠ ਕੇ ਦੇਵੇ, ਖੁਸ਼ ਹੋ ਕੇ ਦੇਵੇ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਸੁਣ ਸੁਣ ਕੇ ਉਹਨੂੰ ਆਖ, ਉਹਦੀ ਸਿਫਤ ਕਰ, ਪਰ ਤੇਰੇ ਹਿਰਦੇ ਵਿੱਚ ਉਹਨੂੰ ਮਿਲਣ ਦੀ ਤਾਂਘ ਤਦੋਂ ਹੀ ਪੈਦਾ ਹੋਏਗੀ ਜੇ ਵਾਹਿਗੁਰੂ ਨੂੰ ਚੰਗਾ ਲੱਗੇਗਾ, ਜੇ ਉਹਨੂੰ ਪਾਏਗਾ। ਇਹ ਰਹਾਉ ਦੇ ਬਚਨ ਹਨ। ਮਹਾਰਾਜ ਜੀ ਫਰਮਾਉਂਦੇ ਹਨ, ਰਹਾਉ ਇਹ ਠਹਿਰਾਓ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ, ਕੁੱਸਾ ਕਟਿਆ ਵਾਰ ਵਾਰ, ਪੀਸਣ ਪੀਸਾ ਪਾਏ। ਹੁਣ ਪਹਿਲੇ ਪਦੇ ਵਿੱਚ ਆਪਾਂ ਇਸ ਘਾਲਣਾ ਦਾ ਜ਼ਿਕਰ ਕੀਤਾ ਵੀ ਭਾਈ ਬੈਠਕ ਬਹੁਤ ਹੈ, ਬੈਠ ਕੇ ਮਿਹਨਤੀ ਕਰੀ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਘਾਲਣਾ ਦੇ ਨਾਲ ਵੀ ਉਹਦੀ ਕੀਮਤ ਨਹੀਂ ਪੈ ਸਕਦੀ। ਹੁਣ ਇਸ ਤੋਂ ਅਗਲੇ ਪਦੇ ਵਿੱਚ ਮਹਾਰਾਜ ਕਹਿੰਦੇ ਮੰਨ ਲਓ ਕੋਈ ਕੁਰਬਾਨੀ ਬਹੁਤ ਕਰਦਾ, ਸੈਕਰੀਫਾਈਸ ਬਹੁਤ ਕਰਦਾ ਵਾਹਿਗੁਰੂ ਜੀ ਵਾਸਤੇ,
ਤੇ ਇਸ ਤੋਂ ਵੱਡਾ ਕੀ ਸੈਕਰੀਫਾਈਸ ਹੋ ਸਕਦਾ ਹੈ? ਗੁੱਸਾ। ਮਹਾਰਾਜ ਕਹਿੰਦੇ ਆਪਣੇ ਆਪ ਨੂੰ ਕੋਹ ਸੁੱਟਾਂ, ਕੱਟਿਆ ਵਾਰ-ਵਾਰ, ਤੇ ਆਪਣੇ ਆਪ ਨੂੰ ਵਾਰ-ਵਾਰ ਕੇ ਕੱਟਦਿਆਂ, ਭੋਰਾ-ਭੋਰਾ, ਟੋਟੇ-ਟੋਟੇ ਕਰਦਿਆਂ ਆਪਣੇ ਆਪ ਨੂੰ। ਪੀਸਣ ਪੀਸਾ ਪਾਏ, ਪੀਸਣ ਦਾ ਅਰਥ ਹੁੰਦਾ ਹੈ ਚੱਕੀ, ਤੇ ਇੱਥੇ ਨਾਣੇ ਨੂੰ ਸਿਹਾਰੀ ਹੈ, ਤੇ ਪੀਸਣ ਨਾਣੇ ਨੂੰ ਸਿਹਾਰੀ ਦਾ ਅਰਥ ਬਣ ਗਿਆ ਵੀ ਚੱਕੀ ਦੇ ਵਿੱਚ ਪੀਸਾ ਪਾਏ। ਮਹਾਰਾਜ ਕਹਿੰਦੇ ਮੈਂ ਆਪਣੇ ਆਪ ਨੂੰ ਚੱਕੀ ਦੇ ਵਿੱਚ ਪੀ ਵੀ ਦੇਵਾਂ, ਇੰਨਾ ਸੈਕਰੀਫਾਈਸ ਕਰਨ ਵਾਲਾ ਹੋਵਾਂ। ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ। ਆਪਣੇ ਆਪ ਨੂੰ ਅੱਗ ਵਿੱਚ ਸਾੜ ਸੁੱਟਾਂ, ਸਵਾਹ ਦੇ ਵਿੱਚ ਮਿਲਾ ਦੇਵਾਂ, ਇੰਨੀ ਘਾਲਣਾ ਘਾਲਦਾ ਹੋਵਾਂ। ਪੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਇੰਨੇ ਤਪ ਵੀ ਕਰਦਾ ਹੋਵਾਂ, ਮਹਾਰਾਜ ਕਹਿੰਦੇ ਤਾਂ ਵੀ ਇਹ ਵਾਹਿਗੁਰੂ ਜੀ ਤੇਰੀ ਕੀਮਤ ਨਹੀਂ ਪੈ ਸਕਦੀ। ਤੇ ਵਾਹਿਗੁਰੂ ਜੀ ਮੈਂ ਤੇਰੇ ਨਾਮਨੇ ਨੂੰ, ਤੇਰੀ ਵਡਿਆਈ ਨੂੰ ਕਿੰਨਾ ਕੁ ਬਿਆਨ ਕਰ ਸਕਦਾ ਹੈ, ਕਿਉਂਕਿ ਤੂੰ ਪਰੇ ਤੋਂ ਪਰੇ ਹੈ। ਅੱਗੇ ਮਹਾਰਾਜ ਫਰਮਾਉਂਦੇ ਹਨ, ਪੰਖੀ ਹੋਏ ਕੈ ਜੇ ਭਵਾ, ਸੈ ਅਸਮਾਨੀ ਜਾਓ। ਹੁਣ ਫਿਰ ਅਗਲਾ ਇਹ ਯਤਨ ਹੋਵੇ ਵੀ ਚਲੋ ਇਹ ਤਾਂ ਅੰਦਰੂਨੀ ਸੈਕਰੀਫਾਈਸ ਕਰਕੇ ਵੇਖ ਲੇ, ਫਿਰ ਘਾਲਣਾ ਘਾਲ ਕੇ ਵੇਖ ਲਈ, ਉਹਦੀ ਕੀਮਤ ਨਹੀਂ ਪੈ ਸਕਦੀ। ਚਲੋ ਉਹਦੀ ਕੀਮਤ ਪਾਉਣੀ, ਫਿਰ ਖੋਜਾਂ ਕਰਦੇ ਹਾਂ, ਉੱਡਦੇ ਅਸਮਾਨ ਵਾਲੇ ਪਾਸੇ। ਹੁਣ ਅੱਜ ਵੀ ਤੁਸੀਂ ਵੇਖੋ, ਥੋੜ੍ਹੇ ਦਿਨ ਪਹਿਲਾਂ ਦੀ ਖਬਰ ਹੈ, ਚੰਦਰਯਾਨ 3 ਜਿਹੜਾ ਹੈ ਉਹ ਚੰਦਰਮੇ 'ਤੇ ਪਹੁੰਚਿਆ ਹਿੰਦੁਸਤਾਨ ਦਾ। ਕਿੰਨੀਆਂ ਖੋਜਾਂ ਐਸੀਆਂ ਅੰਤਰਿਕਸ਼ ਦੇ ਵਿੱਚ ਵੀ ਕੀਤੀਆਂ ਜਾ ਰਹੀਆਂ। ਮਹਾਰਾਜ ਕਹਿੰਦੇ ਵੀ ਇਹ ਤਾਂ ਫਿਰ ਵੀ ਛੋਟੀ ਜੀ ਗੱਲ ਹੈ। ਮੈਂ ਕਹਿੰਦਾ ਵੀ ਕੋਈ ਇੰਨੀ ਸਮਰੱਥਾ ਦਾ ਮਾਲਕ ਹੋ ਜਾਵੇ ਵੀ ਪੰਖੀ ਹੋਏ ਕਹਿ ਜੇ ਭਵਾ, ਕੋਈ ਪੰਛੀ ਬਣ ਕੇ ਉੱਡਣਾ ਦੀ ਸਮਰੱਥਾ ਰੱਖਦਾ ਹੋਵੇ, ਤੇ ਸੈ ਅਸਮਾਨੀ ਜਾਓ। ਇਹ ਤਾਂ ਫਿਰ ਵੀ ਇੱਕ ਅਸਮਾਨ ਦੇ ਵਿੱਚ ਹੀ, ਪੂਰਾ ਇੱਕ ਅਸਮਾਨ ਨਹੀਂ ਇਹਨਾਂ ਤੋਂ ਘੁੰਮਿਆ ਜਾ ਰਿਹਾ। ਮਹਾਰਾਜ ਕਹਿੰਦੇ ਸੈਂਕੜੇ ਅਸਮਾਨਾਂ ਤੱਕ ਪਹੁੰਚਣ ਦੀ ਕੋਈ ਮੈਂ ਸਮਰੱਥਾ ਰੱਖ ਲਵਾਂ, ਭਾਵ ਪੰਛੀ ਬਣ ਕੇ ਮੈਂ ਅਸਮਾਨ ਵਿੱਚ ਉੱਡਦਾ ਵੀ ਹੋਵਾਂ, ਤੇ ਸੈਂਕੜੇ ਅਸਮਾਨਾਂ ਤੱਕ ਮੈਂ ਚਲੇ ਵੀ ਜਾਵਾਂ, ਇੰਨੀ ਸਮਰੱਥਾ ਦਾ ਮਾਲਕ ਬਣ ਜਾਵਾਂ। ਨਦਰੀ ਕਿਸੈ ਨ ਆਵੂ, ਨਾ ਕਿਛ ਪੀਆ ਨਾ ਖਾਓ। ਮੈਂ ਕਿਸੇ ਨੂੰ ਨਜ਼ਰ ਨਾ ਆਵਾਂ, ਨਦਰੀ ਕਿਸੈ ਨਾ ਆਵਊ, ਨਾ ਕਿਛ ਪੀਆ ਨਾ ਖਾਓ, ਤੇ ਨਾ ਮੈਂ ਕੁਝ ਖਾਵਾਂ ਨਾ ਕੁਝ ਪੀਵਾਂ, ਐਸਾ ਮੇਰਾ ਜਪ ਤਪ ਹੋਵੇ। ਪੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਇਹ ਵਾਹਿਗੁਰੂ ਜੀ ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਤੇ ਤੇਰੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤੇਰੀ ਵਡਿਆਈ ਨੂੰ ਕਿਵੇਂ ਬਿਆਨ ਕਰਾਂ? ਨਾਨਕ ਕਾਗਦ ਲਖਮਣਾ, ਪੜ ਪੜ ਕੀਚੈ ਪਾਓ। ਫਿਰ ਅਗਲਾ ਯਤਨ ਇਹ ਆ ਗਿਆ ਵੀ ਚਲੋ ਮੈਨੂੰ ਕਿਤਾਬਾਂ 'ਚੋਂ ਖੋਜਾਂ, ਕਿਤਾਬਾਂ ਪੜ੍ਹ ਪੜ੍ਹ ਕੇ ਇੰਨੀ ਮਿਹਨਤ ਕਰਾਂ, ਉਹਦੀ ਸਿਫਤ ਲਿਖੀ ਜਾਵਾਂ। ਇਸ ਤਰ੍ਹਾਂ ਕਰਕੇ ਤਾਂ ਹੋ ਸਕਦਾ ਉਹਦੀ ਕੀਮਤ ਪੈ ਜਾਵੇ। ਮਹਾਰਾਜ ਕਹਿੰਦੇ ਲੈ ਫਿਰ ਇਹ ਵੀ ਸੁਣ ਲੈ, ਨਾਨਕ ਕਾਗਦ ਲੱਖ ਮਣਾ, ਲੱਖਾਂ ਮਣ ਤੇਰੇ ਕੋਲ ਕਾਗਜ਼ ਹੋਣ, ਇੰਨੀਆਂ ਕਿਤਾਬਾਂ ਹੋਣ, ਪੜ੍ਹ ਪੜ੍ਹ ਕੀਚੈ ਭਾਓ, ਤੇ ਉਹਨਾਂ ਨੂੰ ਪੜ੍ਹੀ ਜਾਵਾਂ, ਉਹਦੇ ਅਰਥ ਵੀ ਕਰੀ ਜਾਵਾਂ, ਪੜ੍ਹੇ ਹੋਏ ਨਾਲ ਪ੍ਰੇਮ ਵੀ ਪਾਈ ਜਾਵਾਂ। ਮਹਾਰਾਜ ਕਹਿੰਦੇ ਇੰਨੀ ਮੈਂ ਮਿਹਨਤ ਕਰਦਾ ਹੋਵਾਂ। ਮੱਸੂ ਤੋਟ ਨ ਆਵਈ, ਲੇਖਨ ਪੌਣ ਚਲਾਓ। ਤੇ ਫਿਰ ਉਹਦੀ ਮੈਂ ਸਿਫਤ ਲਿਖਣ ਬੈਠ ਜਾਵਾਂ, ਤੇ ਜਦੋਂ ਮੈਂ ਸਿਫਤ ਲਿਖਣ ਬੈਠਾਂ, ਮੱਸੂ ਤੋਟ ਨਾ ਆਵਈ, ਸ਼ਾਹੀ ਦੀ ਕਮੀ ਨਾ ਆਵੇ ਕਦੀ, ਸ਼ਾਹੀ ਮੁੱਕੇ ਹੀ ਨਾ ਕਦੀ, ਤੇ ਲੇਖਣ ਪੌਣ ਚਲਾਓ, ਕਲਮ ਮੈਂ ਹਵਾ ਨੂੰ ਬਣਾ ਲਵਾਂ, ਭਾਵ ਕਲਮ ਵੀ ਇੰਨੀ ਜ਼ਿਆਦੀ ਹੋਵੇ ਵੀ ਕਲਮ ਵੀ ਕਦੀ ਮੁੱਕ ਨਾ ਸਕਦੀ ਹੋਵੇ। ਜਾਂ ਇਹਦੇ ਇਹ ਵੀ ਅਰਥ ਕੀਤੇ ਜਾਂਦੇ ਹਨ ਵੀ ਕਲਮ ਨਾਲ ਮੈਂ ਇੰਨੀ ਤੇਜ਼ ਲਿਖਦਾ ਹੋਵਾਂ ਵੀ ਜਿੰਨੀ ਤੇਜ਼ ਹਵਾ ਚੱਲਦੀ ਹੈ, ਭਾਵ ਇੰਨਾ ਮੈਂ ਉਹਦੀ ਸਿਫਤ ਲਿਖਣ ਵੀ ਬੈਠ ਜਾਵਾਂ, ਤੇ ਕੀ ਫੇਰ ਕੀਮਤ ਪੈ ਜੂਗੀ? ਮਹਾਰਾਜ ਕਹਿੰਦੇ ਅੱਗੋਂ ਫਰਮਾਉਂਦੇ ਹਨ, ਪੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾ ਨਾਉ। ਹੇ ਵਾਹਿਗੁਰੂ ਜੀ ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ, ਤੇ ਮੈਂ ਤੇਰੇ ਨਾਮਣੇ ਨੂੰ, ਤੇਰੀ ਵਡਿਆਈ ਨੂੰ ਕਿੰਨਾ ਕੁ ਬਿਆਨ ਕਰ ਸਕਦਾ, ਕਿੰਨਾ ਕੁ ਕਹਿ ਸਕਦਾ ਤੈਨੂੰ? ਤੇਰੀ ਵਡਿਆਈ ਤਾਂ ਮੁੱਕਣ ਤੇ ਹੀ ਨਹੀਂ ਆਉਂਦੀ। ਤੂੰ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਸਾਨੂੰ ਇਹ ਅਹਿਸਾਸ ਕਰਾਉਂਦੇ ਹਨ ਵੀ ਭਾਈ ਜਿਹੜਾ ਵਾਹਿਗੁਰੂ ਜੀ ਹੈ ਉਹ ਆਪਣੇ ਨਿੱਜ ਆਸਣ 'ਤੇ ਟਿਕਿਆ ਹੋਇਆ ਹੈ। ਤੁਸੀਂ ਜੋ ਮਰਜ਼ੀ ਯਤਨ ਕਰ ਲਓ, ਰੱਬ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਜੇ, ਤੇ ਨਾ ਹੀ ਤੁਹਾਡੀ ਘਾਲਣਾ ਦੇ ਨਾਲ, ਤੁਹਾਡੀਆਂ ਮਿਹਨਤਾਂ ਦੇ ਨਾਲ ਉਹਦੀ ਕੀਮਤ ਪੈ ਜਾਣੀ ਹੈ। ਤੇ ਜੇ ਕੀਮਤ ਪੈ ਸਕਦੀ ਹੁੰਦੀ ਫਿਰ ਰੱਬ ਛੋਟਾ ਹੋ ਗਿਆ, ਸਾਡੀ ਮਿਹਨਤ ਵੱਡੀ ਹੋ ਗਈ, ਪਰ ਨਹੀਂ ਹੈ। ਉਹ ਵਾਹਿਗੁਰੂ ਜੀ ਸਦੀਵੀ ਹੈ, ਸਦਾ ਰਹਿਣ ਵਾਲਾ ਹੈ, ਸਾਰਿਆਂ ਤੋਂ ਵੱਡਾ ਹੈ, ਉਹਦੇ ਤੁੱਲ, ਉਹਦੇ ਬਰਾਬਰ ਕੋਈ ਚੀਜ਼ ਨਹੀਂ ਹੋ ਸਕਦੀ। ਤਾਂ ਕਰਕੇ ਮਹਾਰਾਜ ਨੇ ਇੱਥੇ ਸ਼ਬਦ ਕੀਮਤ ਵਰਤਿਆ ਹੈ। ਕੀਮਤ ਦਾ ਅਰਥ ਹੁੰਦਾ ਹੈ ਵੀ ਜਿਹਦੇ ਬਰਾਬਰ ਦੀ ਕੋਈ ਚੀਜ਼ ਹੋਵੇ। ਜਿਵੇਂ ਫਰਜ਼ ਕਰ ਲਓ, ਇੱਕ ਬੰਦਾ ਨੌਕਰੀ ਕਰਦਾ ਹੈ, ਉਹ ਮਿਹਨਤ ਕਰਦਾ ਹੈ, 8 ਘੰਟੇ ਦਿੰਦਾ ਹੈ, ਤੇ ਉਹਦੇ ਬਦਲੇ 30,000 ਰੁਪਈਆ ਸੈਲਰੀ ਲੈਂਦਾ ਹੈ। ਮਤਲਬ ਉਹਦੀ ਮਿਹਨਤ ਦੇ ਬਰਾਬਰ ਕੀ ਹੋ ਗਿਆ? 30,000।
ਭਾਵ ਉਹਦੀ ਮਿਹਨਤ ਤੇ 30,000 ਬਰਾਬਰ ਹੋ ਗਿਆ ਨਾ, ਮਤਲਬ ਜਿੰਨੀ ਉਹ ਇਨਪੁਟ ਦੇ ਰਿਹਾ ਉਨੀ ਆਊਟਪੁੱਟ ਮਿਲ ਗਈ। ਤੇ ਮਹਾਰਾਜ ਕਹਿੰਦੇ ਆ ਜੇ ਆ ਜਿੰਨੀਆਂ ਘਾਲਣਾ ਕੀਤੀਆਂ ਜਾ ਰਹੀਆਂ ਹੈ ਇਹਦੇ ਬਦਲੇ ਰੱਬ ਮਿਲਦਾ ਹੁੰਦਾ, ਮਤਲਬ ਇਹ ਘਾਲਣਾ ਰੱਬ ਦੇ ਬਰਾਬਰ ਹੋ ਗਈ ਨਾ, ਫਿਰ ਕੀਮਤ ਪੈ ਗਈ। ਮਤਲਬ ਉਹਦੇ ਬਰਾਬਰ ਕੋਈ ਵਸਤੂ ਲੱਭ ਲਈ ਵੀ ਜਿਹਨੂੰ ਹੰਢਾ ਕੇ ਵਰਤ ਕੇ ਜਾਂ ਜਿਹਦੀ ਮਿਹਨਤ ਕਰਕੇ ਸਾਨੂੰ ਉਹ ਮਿਲ ਗਿਆ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਤੇਰੇ 30,000 ਦੇ ਬਰਾਬਰ ਤੇਰੇ ਦਿਹਾੜੀ ਦੇ 8 ਘੰਟੇ ਹੋ ਸਕਦੇ ਹੈ, ਪਰ ਤੂੰ ਆਪਣੇ ਆਪ ਨੂੰ ਟੋਟੇ ਟੋਟੇ ਵੀ ਕਰਾ ਲਵੇਂ, ਐਸੀ ਘਾਲਣਾ ਵੀ ਰੱਬ ਦੇ ਬਰਾਬਰ ਨਹੀਂ ਹੋ ਸਕਦੀ। ਉਹਦੀ ਇਸ ਚੀਜ਼ ਦੇ ਨਾਲ ਵੀ ਉਹਦੀ ਕੀਮਤ ਨਹੀਂ ਪੈ ਸਕਦੀ, ਇਹ ਵੀ ਉਹਦਾ ਮੁੱਲ ਨਹੀਂ ਹੈਗਾ, ਕਿਉਂਕਿ ਮੁੱਲ ਹੀ ਹੁੰਦਾ ਹੈ ਨਾ। ਮਹਾਰਾਜ ਕਹਿੰਦੇ ਇਹ ਘਾਲਣਾ ਵੀ ਰੱਬ ਦਾ ਮੁੱਲ ਨਹੀਂ ਹੈਗਾ, ਉਹਦੀ ਕੀਮਤ ਕਦੀ ਨਹੀਂ ਪੈ ਸਕਦੀ। ਤੋ ਇਸ ਬਚਨ ਦੇ ਵਿੱਚ ਸਤਿਗੁਰੂ ਜੀ ਇਹ ਸਮਝਾਉਂਦੇ ਹਨ। ਫਿਰ ਇਸ ਤੋਂ ਅਗਲਾ ਸ਼ਬਦ ਵੀ ਇਸੇ ਲੜੀ ਦੇ ਵਿੱਚ ਸਤਿਗੁਰੂ ਜੀ ਫਰਮਾਉਣਾ ਕਰਦੇ ਹਨ, ਸ੍ਰੀ ਰਾਗ ਮਹੱਲਾ ਪਹਿਲਾ। ਇਹਨੂੰ ਸ੍ਰੀ ਰਾਗ ਪੜ੍ਹਿਆ ਕਰੋ, ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸ੍ਰੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ। ਹੁਣ ਦੇਖੋ ਪਿਛਲਾ ਸ਼ਬਦ ਸੀ ਉਹਦੇ ਵਿੱਚ ਕਿਹਾ ਗਿਆ ਵੀ ਰੱਬ ਹੈ, ਉਹਦੀ ਕੀਮਤ ਨਹੀਂ ਪੈ ਸਕਦੀ। ਹੁਣ ਹੋਏਗੀ ਆਪਣੀ ਗੱਲ, ਭਾਈ ਸਾਡੀ ਤਾਂ ਕੀਮਤ ਹੀ ਕੀਮਤ, ਅਸੀਂ ਤਾਂ ਹੈ ਹੀ ਲੇਖੇ 'ਚ। ਪਿਛਲੇ ਸ਼ਬਦ ਵਿੱਚ ਕਹਿਤਾ ਵੀ ਰੱਬ ਲੇਖੇ ਤੋਂ ਪਰੇ ਆ, ਉਹਦੀ ਕੀਮਤ ਨਹੀਂ, ਉਹ ਹਿਸਾਬ ਕਿਤਾਬ 'ਚ ਨਹੀਂ ਹੈਗਾ। ਤੇ ਜਦੋਂ ਸਾਡੀ ਗੱਲ ਹੋਏਗੀ ਅਸੀਂ ਸਾਰੇ ਹੈ ਹੀ ਹਿਸਾਬ ਕਿਤਾਬ 'ਚ, ਅਸੀਂ ਹੈ ਹੀ ਲੇਖਿਆਂ ਦੇ ਵਿੱਚ। ਤੋ ਇਹ ਬਚਨ ਦੀ ਵੀ ਉਥਾਨਕਾ ਇਤਿਹਾਸ ਦੇ ਵਿੱਚ ਮਿਲਦੀ ਹੈ। ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪਾਂਧੇ ਦੇ ਪਾਸ ਪੜ੍ਹਨੇ ਪਾਇਆ ਜਾਂਦਾ ਹੈ, ਤੇ ਉਹ ਗੋਪਾਲ ਪਾਂਧਾ ਸੋਚਦਾ ਵੀ ਇਹ ਪਟਵਾਰੀ ਦਾ ਮੁੰਡਾ ਹੈ ਤੇ ਮੈਂ ਇਹਨੂੰ ਜੇ ਲੇਖਾ ਸਿਖਾ ਦਿਆਂਗਾ, ਕਿਉਂਕਿ ਉਹਨੇ ਪਹਿਲੇ ਦਿਨ ਹੀ ਵੇਖ ਲਿਆ ਵੀ ਗੁਰੂ ਨਾਨਕ ਸਾਹਿਬ ਬੜੇ ਹੋਣਹਾਰ ਤੇ ਹੁਸ਼ਿਆਰ ਨੇ, ਕਿਉਂਕਿ ਬੜਾ ਗਿਆਨ ਪਾਂਧੇ ਦੀ ਸਮਝ ਮੁਤਾਬਕ ਉਹਨੂੰ ਐਂ ਲੱਗਦਾ ਸੀ ਇਹ ਤਾਂ ਪਹਿਲਾਂ ਹੀ ਬੜਾ ਗਿਆਨ ਲਈ ਫਿਰਦਾ। ਉਹਨੇ ਚਲੋ ਇੰਨਾ ਸ਼ਬਦ ਵਰਤਿਆ ਵੀ ਬੜਾ, ਉਹਨੂੰ ਕੀ ਪਤਾ ਵੀ ਇਹ ਤਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਹੈ, ਇਹ ਤਾਂ ਕਰੋੜਾਂ ਬ੍ਰਹਮੰਡਾਂ ਦਾ ਗਿਆਨ ਵੀ ਇਸ ਪਾਤਸ਼ਾਹ ਕੇ ਥੋੜ੍ਹਾ ਪੈ ਜਾਊਗਾ। ਮਹਾਰਾਜ ਹੁਣ ਵੇਖੋ ਇੰਨੇ ਹੁਸ਼ਿਆਰ ਇੰਨੇ ਹੋਣਹਾਰ, ਤੇ ਪਾਂਧੇ ਦੇ ਮਨ ਵਿੱਚ ਇੰਜ ਆਉਂਦਾ ਵੀ ਇਹ ਤਾਂ ਬੱਚਾ ਇੰਨਾ ਤੇਜ਼ ਹੈ, ਇਹਨੇ ਤਾਂ ਝੱਟ ਮੇਰੇ ਤੋਂ ਲੇਖਾ ਸਿੱਖ ਜਾਣਾ, ਇਹਨੇ ਪੜ੍ਹਾਈ ਛੇਤੀ ਕਰ ਲੈਣੀ ਆ। ਤੇ ਛੇਤੀ ਚੰਗਾ ਪੜ੍ਹ ਲਿਖ ਗਿਆ ਤੇ ਮਹਿਤਾ ਕਲਿਆਣ ਚੰਦ ਜੀ ਇਹ ਪਟਵਾਰੀ ਹੈਗੇ ਨੇ, ਚੰਗਾ ਧਨ ਮਿਲੂ, ਬੜਾ ਇਨਾਮ ਮਿਲੂਗਾ। ਇੱਧਰੋਂ ਪਾਂਧੇ ਦੇ ਮਨ ਵਿੱਚ ਵੀ ਲਾਲਚ ਆ ਜਾਂਦਾ ਹੈ, ਉੱਧਰੋਂ ਪਿਤਾ ਜੀ ਵੀ ਸੋਚਦੇ ਵੀ ਪੁੱਤ ਮੇਰਾ ਪੜ੍ਹ ਜੂ ਚੰਗਾ ਤੇ ਚੰਗੀ ਕਮਾਈ ਕਰਿਆ ਕਰੂ, ਚੰਗੀ ਧਨ ਦੌਲਤ ਲੈ ਕੇ ਆਇਆ ਕਰੂਗਾ। ਤੇ ਅਗਲਾ ਦਿਨ ਆਉਂਦਾ ਹੈ, ਗੁਰੂ ਸਾਹਿਬ ਜੀ ਨੂੰ ਫਿਰ ਪਾਂਧੇ ਪਾਸ ਛੱਡ ਕੇ ਗਏ ਤੇ ਅਗਲੇ ਦਿਨ ਗੁਰੂ ਸਾਹਿਬ ਜੀ ਕੁਛ ਬੋਲਦੇ ਹੀ ਨਹੀਂ, ਕਿਉਂਕਿ ਹੁਣ ਇੱਕ ਉਪਦੇਸ਼ ਦੇਣਾ ਸੀ ਨਾ। ਫਿਰ ਤੋ ਇਹ ਉਪਦੇਸ਼ ਦੇਣ ਵਾਸਤੇ ਮਹਾਰਾਜ ਜੀ ਨੇ ਕੌਤਕ ਕੀਤਾ, ਬੋਲੇ ਹੀ ਨਹੀਂ। ਪਾਂਧਾ ਕਹਿੰਦਾ ਵੀ ਹੇ ਨਾਨਕ ਪੁੱਤ ਬੱਚੇ ਕੀ ਗੱਲ ਹੋ ਗਈ, ਬੋਲਦਾ ਕਿਉਂ ਨਹੀਂ? ਗੁਰੂ ਸਾਹਿਬ ਚੁੱਪ। ਫਿਰ ਪਾਂਧਾ ਸਮਝਾਉਂਦਾ ਵੀ ਤੂੰ, ਤੇਰਾ ਪਿਤਾ ਪਟਵਾਰੀ ਹੈ, ਉਹ ਲੇਖੇ ਜੋਖੇ ਜਾਣਦਾ ਹੈ, ਕੱਲ੍ਹ ਨੂੰ ਤੂੰ ਵੀ ਉਹੀ ਕੰਮ ਕਰਨਾ ਹੈ, ਉਹੀ ਕੰਮ ਸੰਭਾਲਣਾ ਹੈ। ਇਸ ਕਰਕੇ ਤੂੰ ਸਿਆਣਾ ਬਣ ਕੇ ਲੇਖਾ ਸਿੱਖ ਲੈ, ਗਿਣਤੀ ਮਿਣਤੀ ਸਿੱਖ ਲੈ, ਪਹਾੜੇ ਸਿੱਖ ਲੈ, ਜ਼ਮੀਨਾਂ ਦੀ ਕਿਵੇਂ ਮਿਣਤੀ ਕਰੀਦੀ ਸਿੱਖ ਲੈ। ਤੂੰ ਸਿੱਖ ਲੇਗਾ ਤੇ ਕੱਲ੍ਹ ਨੂੰ ਤੂੰ ਵੀ ਲੇਖਿਆਂ ਦਾ ਕੰਮ ਜਾਣੇਗਾ। ਤੇ ਅੱਗੋਂ ਫਿਰ ਪਾਂਧਾ ਇਹ ਵੀ ਕਹਿੰਦਾ ਵੀ ਜੇ ਤੂੰ ਇਹ ਕੰਮ ਕਰੇਗਾ ਨਾ ਬੜੀ ਮਾਇਆ ਧਨ ਮਿਲੂਗਾ, ਵੇਖੀ ਕਿੰਨੀ ਮਾਇਆ ਤੇਰੇ ਪਿੱਛੇ ਚੱਲਦੀ। ਤੇ ਗੁਰੂ ਨਾਨਕ ਸਾਹਿਬ ਫਿਰ ਬੋਲੇ, ਕਹਿਣ ਲੱਗੇ ਪਾਂਧਾ ਜੀ ਇਹ ਜਿਹੜੀ ਮਾਇਆ ਦੀ ਤੁਸੀਂ ਗੱਲ ਕਰਦੇ ਪਏ ਹੋ ਨਾ, ਇਹ ਮਾਇਆ ਸਾਥ ਜਾਣ ਵਾਲੀ ਨਹੀਂ। ਮਾਇਆ ਇਕੱਠੀ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਪਰ ਜਿਵੇਂ ਤੁਸੀਂ ਗੱਲਾਂ ਕਰਦੇ ਪਏ, ਤੁਸੀਂ ਇੰਜ ਜਤਾਉਂਦੇ ਪਏ ਜਿਵੇਂ ਮਾਇਆ ਨੂੰ ਮੈਂ ਆਸਰਾ ਬਣਾ ਲਾ। ਮਾਇਆ ਕਦੀ ਆਸਰਾ ਨਹੀਂ ਬਣ ਸਕਦੀ ਹੁੰਦੀ। ਪਾਂਧਾ ਕਹਿੰਦਾ ਵੀ ਗੱਲ ਤਾਂ ਤੁਹਾਡੀ ਠੀਕ ਹੈ, ਪਰ ਲੇਖਾ ਸਿੱਖ ਲੈ। ਗੁਰੂ ਸਾਹਿਬ ਕਹਿੰਦੇ ਕਿਹੜਾ ਲੇਖਾ ਸਿੱਖਾਂ, ਮੈਂ ਤਾਂ ਜਿੱਥੇ ਵੀ ਦੇਖਦਾ ਮੈਨੂੰ ਸਾਰਾ ਕੁਝ ਲੇਖਾ ਹੀ ਲੇਖਾ ਦਿਖਦਾ। ਪਾਂਧਾ ਕਹਿੰਦਾ ਕਿਹੜੇ ਲੇਖੇ ਦੀ ਗੱਲ ਕਰਦੇ ਪਏ ਹੋ? ਤੇ ਉਸ ਵਕਤ ਗੁਰੂ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤਾ। ਹਾਂਜੀ, ਇਹ ਪਹਿਲੀ ਪੰਕਤੀ ਪੜ੍ਹੋ ਜੀ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ। ਮਹਾਰਾਜ ਕਹਿੰਦੇ ਪਾਂਧਾ ਜੀ ਪੁੱਛਦੇ ਹੋ ਵੀ ਕਿੱਥੇ ਲੇਖਾ, ਕਿਹੜੇ ਲੇਖੇ ਦੀ ਗੱਲ ਕਰ ਰਹੇ ਆ? ਮਹਾਰਾਜ ਕਹਿੰਦੇ ਹਰ ਇੱਕ ਚੀਜ਼ ਹੀ ਲੇਖੇ ਦੇ ਵਿੱਚ ਹੈ। ਮਹਾਰਾਜ ਕਹਿੰਦੇ ਲੇਖੈ ਬੋਲਣ ਬੋਲਣਾ, ਜਿਹੜਾ ਅਸੀਂ ਬੋਲਦੇ ਪਏ ਨਾ ਇਹ ਵੀ ਲੇਖਿਆਂ 'ਚ ਹੈ, ਭਾਵ ਹਿਸਾਬ ਕਿਤਾਬ 'ਚ ਹੈ। ਅਸੀਂ ਕਿੰਨਾ ਬੋਲ ਸਕਦੇ ਹਾਂ ਇਹ ਵਾਹਿਗੁਰੂ ਜੀ ਨੇ ਲੇਖਿਆਂ 'ਚ ਲਿਖ ਦਿੱਤਾ ਹੈ, ਤੇ ਜਿੰਨਾ ਉਹਨਾਂ ਨੇ ਲਿਖ ਦਿੱਤਾ ਹੈ ਅਸੀਂ ਓਨਾ ਹੀ ਬੋਲ ਸਕਦੇ ਹਾਂ। ਇੱਕ ਵੀ ਅੱਖਰ ਉਹਦੇ ਤੋਂ ਵੱਧ ਨਹੀਂ ਮੂੰਹੋਂ ਨਿਕਲਣਾ। ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ। ਜੋ ਕੁਝ ਵਾਹਿਗੁਰੂ ਜੀ ਨੇ ਲੇਖਿਆਂ ਵਿੱਚ ਲਿਖ ਦਿੱਤਾ ਓਨਾ ਹੀ ਅਸੀਂ ਖਾ ਸਕਦੇ ਹਾਂ। ਇੱਕ ਦਾਣਾ ਵੀ ਆਪਣੇ ਹਿਸਾਬ ਕਿਤਾਬ ਤੋਂ ਵੱਧ ਨਹੀਂ ਖਾ ਸਕਦੇ। ਇਹ ਸਾਰਾ ਕੁਝ ਲੇਖਿਆਂ ਦੇ ਅੰਦਰ ਹੈ। ਲੇਖੈ ਵਾਟ ਚਲਾਈਆ, ਲੇਖੈ ਸੁਣਵੇ ਖਾਓ। ਕਿੰਨਾ ਸਫ਼ਰ ਕਰਨਾ ਹੈ ਅਸੀਂ, ਇਹ ਵੀ ਲੇਖਿਆਂ 'ਚ ਹੈ। ਤੇ ਜਦੋਂ ਲੇਖਾ ਖਤਮ ਹੋ ਗਿਆ, ਇੱਕ ਵੀ ਜਿਹੜਾ ਕਦਮ ਅੱਗੇ ਨਹੀਂ ਪੁੱਟਿਆ ਜਾਣਾ ਸਾਡੇ ਤੋਂ, ਉੱਥੇ ਹੀ ਰੁਕ ਜਾਣਾ ਹੈ।
ਕਿਉਂਕਿ ਇਹ ਸਾਰਾ ਕੁਝ ਲੇਖਿਆਂ 'ਚ ਹੈ। ਫਿਰ ਲੇਖਾ ਸੁਣ ਵੇਖਾਓ, ਕਿੰਨਾ ਸੁਣ ਸਕਦੇ ਆ ਆਪਣੇ ਜੀਵਨ ਦੇ ਵਿੱਚ, ਇਹ ਵੀ ਲੇਖਿਆਂ 'ਚ ਹੈ, ਅਤੇ ਕਿੰਨਾ ਵੇਖ ਸਕਦੇ ਆ ਵੀ ਲੇਖਿਆਂ 'ਚ ਹੈ। ਇਸ ਕਰਕੇ ਦਾਸ ਇਹ ਅਕਸਰ ਬੇਨਤੀ ਕਰਦਾ ਹੁੰਦਾ, ਹੁਣ ਇਹ ਬੜੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ। ਭਾਵ ਕਿੰਨੇ ਸ਼ਬਦ, ਕਿੰਨੇ ਲਫ਼ਜ਼ ਮੇਰੇ ਕੰਨਾਂ 'ਚ ਜਾ ਸਕਦੇ ਆ, ਇਹ ਪ੍ਰਮਾਤਮਾ ਨੇ ਪਹਿਲਾਂ ਹੀ ਲੇਖਿਆਂ 'ਚ ਤੈਅ ਕੀਤਾ ਹੋਇਆ ਹੈ, ਅਤੇ ਉਹਨੇ ਸਾਡੇ ਹੱਥ 'ਚ ਆ ਵੀ ਅਸੀਂ ਕਿਵੇਂ ਦੇ ਸ਼ਬਦ ਲੈ ਕੇ ਜਾਣੇ ਆ। ਫਰਜ਼ ਕਰ ਲਓ ਵੀ ਰੱਬ ਨੇ ਲੇਖਿਆਂ 'ਚ ਲਿਖ ਦਿੱਤਾ ਵੀ ਤੇਰੇ ਕੰਨਾਂ 'ਚ ਬਸ 10 ਹੀ ਸ਼ਬਦ ਲਫ਼ਜ਼ ਜਾਣੇ, ਇਸ ਤੋਂ ਵੱਧ ਨਹੀਂ ਜਾ ਸਕਦਾ। ਹੁਣ ਉਹ 10 ਦੇ 10 ਮੈਂ ਗੀਤ ਸੁਣਨੇ ਆ ਕਿ ਗੁਰਬਾਣੀ ਸੁਣਨੀ, ਇਹ ਤਾਂ ਹੁਣ ਮੇਰੇ ਹੱਥ ਹੈ ਨਾ। ਇਸ ਕਰਕੇ ਸਾਧ ਸੰਗਤ ਕੋਈ ਪਤਾ ਨਹੀਂ ਕਦੋਂ ਸਾਡੇ ਸੁਣਨ ਵਾਲੇ ਲੇਖੇ ਮੁੱਕ ਜਾਣ। ਇਸ ਕਰਕੇ ਫਾਲਤੂ ਦਾ ਸੁਣਨ ਨਾਲੋਂ, ਨਿੰਦਿਆ ਚੁਗਲੀ ਸੁਣਨ ਨਾਲੋਂ ਗੁਰਬਾਣੀ ਚੰਗੀਆਂ ਬਾਤਾਂ ਸੁਣ ਲਿਆ ਕਰੀਏ, ਥਾਂ ਪੈ ਜਾਣਗੀਆਂ। ਕਿਉਂਕਿ ਹਰ ਇੱਕ ਚੀਜ਼ ਲੇਖਿਆਂ 'ਚ ਹੈ। ਕਿੰਨਾ ਬੋਲਣਾ ਹੈ ਇਹ ਲੇਖਿਆਂ 'ਚ ਹੈ। ਇਸ ਕਰਕੇ ਭਲਾ ਇਹ ਹੀ ਹੋਵੇਗਾ ਵੀ ਚੰਗਾ ਬੋਲੀਏ। ਐਵੇਂ ਫਾਲਤੂ ਦਾ ਬੋਲ ਬੋਲ ਕੇ ਅਸੀਂ ਆਪਣੇ ਹਿਸਾਬ ਕਿਤਾਬ 'ਚੋਂ ਮਾਈਨਸ ਨਾ ਕਰਾਈ ਜਾਈਏ ਚੀਜ਼ਾਂ, ਕਿਉਂਕਿ ਜਦੋਂ ਬੈਲੈਂਸ ਮੁੱਕ ਗਿਆ ਫਿਰ ਉਦੋਂ ਇੱਕ ਲਫ਼ਜ਼ ਨਹੀਂ ਨਿਕਲਣਾ। ਉਦੋਂ ਕਵੇਂਗਾ ਹੁਣ ਮੈਂ ਬੰਦਗੀ ਕਰ ਲਾਂ, ਫਿਰ ਤਾਂ ਇੱਕ ਲਫ਼ਜ਼ ਨਹੀਂ ਨਿਕਲਣਾ ਜ਼ਬਾਨ ਤੋਂ। ਤੋ ਮਹਾਰਾਜ ਕਹਿੰਦੇ ਹਨ, ਬਖਸ਼ਿਸ਼ ਕਰਦੇ ਹਨ, ਲੇਖੈ ਬੋਲਣ ਬੋਲਣਾ, ਲੇਖੈ ਖਾਣਾ ਖਾਓ, ਲੇਖੈ ਵਾਟ ਚਲਾਈਆ, ਲੇਖੈ ਸੁਣ ਵੇਖਾਓ। ਜੋ ਤੂੰ ਵੇਖ ਰਿਹਾ ਇਹ ਵੀ ਲੇਖਿਆਂ 'ਚ ਹੈ। ਇਸ ਕਰਕੇ ਇਹ ਮਨੁੱਖ ਭਲਾ ਹੋਵੇਗਾ, ਤੂੰ ਚੰਗਾ ਵੇਖਿਆ ਕਰ, ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਕਰਿਆ ਕਰ, ਐਵੇਂ ਫੇਸਬੁੱਕ 'ਤੇ ਆਲਤੂ ਫਾਲਤੂ ਨਾ ਵੇਖੀ ਜਾਇਆ ਕਰ। ਤੋ ਅੱਗੋਂ ਮਹਾਰਾਜ ਜੀ ਫਰਮਾਉਂਦੇ ਹਨ, ਲਿਖੈ ਸਾਹ ਲਵਾਈ ਹੈ, ਪੜ੍ਹ ਕੇ ਪੁੱਛਣ ਜਾਓ। ਮਹਾਰਾਜ ਕਹਿੰਦੇ ਵੀ ਜਿਹੜੇ ਤੇਰੇ ਸਾਹ ਚੱਲਦੇ ਆ ਨਾ, ਲੇਖੈ ਸਾਹ ਲਵਾਈਐ, ਪੜ੍ਹ ਕੇ ਪੁੱਛਣ ਜਾਓ, ਇਸ ਤਰ੍ਹਾਂ ਉਚਾਰਨ ਕਰਨਾ ਹੈ। ਮਹਾਰਾਜ ਕਹਿੰਦੇ ਜਿਹੜੇ ਤੇਰੇ ਸਾਹ ਚੱਲ ਰਹੇ ਇਹ ਵੀ ਲੇਖਿਆਂ 'ਚ ਹੈ। ਰੱਬ ਨੇ ਤੇਰੇ ਲੇਖਿਆਂ 'ਚ ਲਿਖਿਆ ਹੋਇਆ ਵੀ ਕਿੰਨੇ ਸਾਹ ਲੈਣੇ ਆ। ਜਿੱਦਣ ਉਹ ਸਾਹ ਮੁੱਕ ਗਏ, ਇੱਕ ਵੀ ਵੱਧ ਸਾਹ ਨਹੀਂ ਆਉਣਾ ਤੈਨੂੰ, ਉੱਥੇ ਹੀ ਮੁੱਕ ਜਾਣਾ ਹੀ। ਇਸ ਕਰਕੇ ਮਹਾਰਾਜ ਕਹਿੰਦੇ ਪੜ੍ਹ ਕੇ ਪੁੱਛਣ ਜਾਓ। ਇਹ ਕਿਸੇ ਪੜ੍ਹੇ ਲਿਖੇ ਨੂੰ ਜਾ ਕੇ ਪੁੱਛਣ ਦੀ ਲੋੜ ਥੋੜ੍ਹੀ ਹੈ। ਵੀ ਇਹ ਨਹੀਂ ਵੀ ਤੂੰ ਕਵੇ ਵੀ ਮੈਂ ਕਿਸੇ ਪੜ੍ਹੇ ਤੋਂ ਜਾ ਕੇ ਪੁੱਛਾਂ ਵੀ ਇਹ ਗੱਲ ਸੱਚੀ ਹੈ। ਮਹਾਰਾਜ ਕਹਿੰਦੇ ਕੀ ਲੋੜ ਆ ਪੁੱਛਣ ਦੀ, ਇਹ ਤਾਂ ਸਾਰਿਆਂ ਨੂੰ ਹੀ ਪਤਾ ਹੈ। ਹੁਣ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਕਹਿ ਦੂ ਵੀ ਭਾਈ ਲੇਖਿਆਂ 'ਚ ਸਾਹ ਉਹਦੇ ਤੋਂ ਵੱਧ ਨਹੀਂ ਆਉਣੇ। ਮਹਾਰਾਜ ਕਹਿੰਦੇ ਇਹ ਤਾਂ ਸਾਰਿਆਂ ਨੂੰ ਪਤਾ, ਇਸ ਕਰਕੇ ਅਕਲ ਕਰ ਲੈ, ਆਪਣੇ ਜੀਵਨ ਨੂੰ ਸਫਲਾ ਕਰ ਲੈ, ਵਿਅਰਥ ਨਾ ਗਵਾ। ਲੇਖੈ ਸਾਹ ਲਵਾਈਐ, ਪੜ੍ਹ ਕੇ ਪੁੱਛਣ ਜਾਓ। ਮਹਾਰਾਜ ਕਹਿੰਦੇ ਇਹ ਤੈਨੂੰ ਜਿਹੜੇ ਸਾਹ ਆ ਰਹੇ ਆ ਇਹ ਵੀ ਲੇਖਿਆਂ ਦੇ ਵਿੱਚ ਹੈ, ਕਿਸੇ ਪੜ੍ਹੇ ਲਿਖੇ ਨੂੰ ਪੁੱਛਣ ਦੀ ਲੋੜ ਨਹੀਂ ਹੈ। ਬਾਬਾ ਮਾਇਆ ਰਚਨਾ ਤੋਹ। ਹੁਣ ਇਹ ਰਹਾਉ ਦੀ ਤੁਕ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ, ਬਾਬਾ ਹੇ ਭਾਈ ਮਾਇਆ ਰਚਨਾ ਧੋਹ। ਇਹ ਜਿਹੜੀ ਮਾਇਆ ਦੀ ਖੇਡ ਹੈ ਨਾ, ਮਹਾਰਾਜ ਕਹਿੰਦੇ ਧੋਹ ਭਾਵ ਧੋਖਾ, ਇਹ ਧੋਖਾ ਹੈ। ਤੈਨੂੰ ਇੰਜ ਲੱਗਦਾ ਪਿਆ ਵੀ ਇਹੀ ਮੇਰੀ ਸਾਥੀ ਹੈ, ਪਰ ਮਹਾਰਾਜ ਕਹਿੰਦੇ ਸਾਥੀ ਨਹੀਂ ਹੈਗੀ, ਇਹਨੇ ਛੱਡ ਜਾਣਾ ਹੈ, ਇਹ ਤੇਰੇ ਨਾਲ ਨਹੀਂ ਨਿਭਣੀ। ਇਹ ਘਰ ਪਰਿਵਾਰ ਤੇਰੇ ਨਾਲ ਨਿਭਣ ਵਾਲਾ ਹੈ। ਘਰ ਪਰਿਵਾਰ ਬਣਾਉਣਾ ਮਾੜੀ ਗੱਲ ਨਹੀਂ, ਪਰ ਮਹਾਰਾਜ ਕਹਿੰਦੇ ਇਹ ਜ਼ਰੂਰ ਯਾਦ ਰੱਖੀ ਵੀ ਇਹਨਾਂ ਨੂੰ ਆਸਰਾ ਨਾ ਬਣਾ ਲਵੀਂ, ਧੋਖਾ ਦੇ ਜਾਊਗੀ ਮਾਇਆ। ਧੋਖੇ ਦਾ ਅਰਥ ਹੁੰਦਾ ਹੈ ਵੀ ਅਸੀਂ ਸਮਝ ਲਈਏ ਵੀ ਇਹ ਨਿਭੂਗੀ, ਪਰ ਉਹ ਨਾਲ ਨਿਭੇ ਨਾ, ਧੋਖਾ ਹੀ ਹੋ ਗਿਆ ਨਾ। ਅਸੀਂ ਸੋਚਿਆ ਸੀ ਵੀ ਇਹ ਕੋਈ ਨਹੀਂ, ਇਹ ਕੰਮ ਆਊਗੀ ਮੇਰੇ, ਅਤੇ ਅੰਤਲੇ ਵੇਲੇ ਉਹ ਕੰਮ ਹੀ ਨਾ ਆਵੇ, ਧੋਖਾ ਦੇਗੀ ਨਾ ਮਾਇਆ। ਮਹਾਰਾਜ ਕਹਿੰਦੇ ਮਾਇਆ ਰਚਨਾ ਧੋਹ, ਇਹ ਮਾਇਆ ਦੀ ਖੇਡ ਨਿਰਾ ਧੋਖਾ ਹੀ, ਕਿਤੇ ਇਹਦੇ ਵਿੱਚ ਮਸਤ ਨਾ ਹੋ ਜਾਵੀਂ। ਅੰਧਾ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਪਰ ਅੰਨੇ ਜਿਹੜਾ ਮਨੁੱਖ ਮਾਇਆ ਦੀ ਨੀਂਦ ਵਿੱਚ ਸੌਂ ਚੁੱਕਾ ਹੈ, ਮਾਇਆ ਕਰਕੇ ਅੰਨਾ ਹੋ ਚੁੱਕਾ ਹੈ, ਮਹਾਰਾਜ ਕਹਿੰਦੇ ਉਹ ਰੱਬ ਦਾ ਨਾਮ ਵਿਸਾਰ ਦਿੰਦਾ ਹੈ। ਫਿਰ ਜਿਹੜਾ ਮਾਇਆ ਵਿੱਚ ਗਲਤਾਨ ਰਹਿੰਦਾ ਹੈ, ਰੱਬ ਨੂੰ ਭੁੱਲ ਜਾਂਦਾ ਹੈ। ਨਾ ਤਿਸ ਇਹ ਨਾ ਉਹ, ਨਾ ਉਹ ਇੱਥੇ ਜੋਗਾ ਰਹਿੰਦਾ ਹੈ ਅਤੇ ਨਾ ਹੀ ਗਾਂਹ ਜੋਗਾ ਰਹਿੰਦਾ ਹੈ। ਕਿਉਂਕਿ ਇੱਥੇ ਉਹਨੇ ਮਾਇਆ ਨੂੰ ਆਸਰਾ ਬਣਾ ਲਿਆ ਅਤੇ ਮਾਇਆ ਨਾਲ ਨਿਭੀ ਨਹੀਂ। ਵੀ ਜਿਹਨੂੰ ਆਸਰਾ ਬਣਾਇਆ ਉਹ ਇਹਦੀ ਹੋ ਨਹੀਂ ਸਕਦੀ, ਭਾਵ ਨਾ ਤਾਂ ਇੱਥੋਂ ਜੋਗਾ, ਅਤੇ ਮਾਇਆ ਵਿੱਚ ਗਲਤਾਨ ਹੋ ਕੇ ਇਹਨੇ ਗਾਂਹ ਵਾਸਤੇ ਵੀ ਪੂੰਜੀ ਇਕੱਠੀ ਨਹੀਂ ਕੀਤੀ, ਕੋਈ ਬੰਦਗੀ ਵੀ ਨਹੀਂ ਕੀਤੀ, ਨਾ ਉੱਥੋਂ ਜੋਗਾ। ਇਸ ਕਰਕੇ ਮਹਾਰਾਜ ਕਹਿੰਦੇ ਅੰਧਾ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ, ਨਾ ਇਹ ਇੱਥੋਂ ਜੋਗਾ ਰਿਹਾ ਨਾ ਗਾਂਹ ਜੋਗਾ ਰਿਹਾ। ਇਹ ਅੰਨੇ ਮਨੁੱਖ ਨੇ ਵਾਹਿਗੁਰੂ ਨੂੰ ਭੁਲਾ ਛੱਡਿਆ। ਇਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਠਹਿਰਾਓ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਜੀਵਨ ਮਰਨਾ ਜਾਏ ਕੈ, ਇੱਥੈ ਖਾਜੈ ਕਾਲ। ਮਹਾਰਾਜ ਕਹਿੰਦੇ ਇਹ ਮਨੁੱਖ ਦਾ ਸੁਭਾਅ ਵੇਖੋ, ਜੰਮਣ ਤੋਂ ਲੈ ਕੇ ਮਰਨ ਤੱਕ ਸਾਰੀ ਜ਼ਿੰਦਗੀ ਇਹ ਸਿਰਫ ਤੇ ਸਿਰਫ ਪਦਾਰਥ ਇਕੱਠੇ ਕਰਨ ਵਾਲੀ ਦੌੜਦਾ ਰਹਿੰਦਾ ਹੈ। ਸੁਬਾਹ ਉੱਠਿਆ, ਨਹਾਤਾ ਧੋਤਾ, ਨੌਕਰੀ ਗਿਆ, ਆਇਆ ਥੱਕਿਆ, ਰੋਟੀ ਪਾਣੀ ਖਾ ਕੇ ਸੌਂ ਗਿਆ। ਇਹ ਆਮ ਮਨੁੱਖ ਮਨਮੁਖ ਬੰਦਾ ਸਾਰਾ ਦਿਨ ਇਹਦੀ ਜ਼ਿੰਦਗੀ ਦੀ ਦੌੜ ਬਸ ਪਦਾਰਥ ਇਕੱਠੇ ਕਰਨ 'ਤੇ ਹੀ ਲੱਗੀ ਹੋਈ ਹੈ।
ਜੀਵਨ ਮਰਨਾ ਜਾਏ ਕੈ ਇੱਥੈ ਖਾਜੈ ਕਾਲ। ਇਹ ਸਾਰਾ ਸਮਾਂ ਬਸ ਇਸ ਭੱਜ ਦੌੜ ਦੇ ਵਿੱਚ ਹੀ ਵਿਅਸਤ ਕਰ ਦਿੰਦਾ ਹੈ। ਜਿੱਥੈ ਬਹਿ ਸਮਝਾਈਐ ਤਿੱਥੈ ਕੋਏ ਨਾ ਚੱਲਿਓ ਨਾਲ। ਤੇ ਜਿੱਥੇ ਬੈਠ ਕੇ ਇਹਨੂੰ ਲੇਖਾ ਸਮਝਾਇਆ ਜਾਂਦਾ ਹੈ ਵੀ ਹਾਂ ਭਾਈ ਆ ਤੈਨੂੰ ਦੱਸੀਏ ਵੀ ਕੀ ਚੰਗਾ ਕੀਤਾ ਕੀ ਮਾੜਾ ਕੀਤਾ, ਤੇਰੇ ਲੇਖੇ ਦੀ ਪੜਚੋਲ ਕਰੀਏ, ਜਿੱਥੇ ਇਹਦੇ ਲੇਖਿਆਂ ਦੇ ਕਹਿੰਦੇ ਆ ਨਾ ਪੋਤੜੇ ਫਰੋਲੇ ਜਾਂਦੇ ਆ, ਜਿੱਥੇ ਬਹਿ ਕੇ ਲੇਖਾ ਸਮਝਾਇਆ ਜਾਂਦਾ ਹੈ, ਮਹਾਰਾਜ ਕਹਿੰਦੇ ਉੱਥੇ ਫਿਰ ਇਹ ਜਿਨ੍ਹਾਂ ਵਾਸਤੇ ਭੱਜ ਦੌੜ ਕਰਦਾ ਉਹਨਾਂ 'ਚੋਂ ਇੱਕ ਵੀ ਇਹਦੇ ਨਾਲ ਨਹੀਂ ਜਾਂਦਾ, ਇੱਕ ਵੀ ਜਾ ਕੇ ਸਹਾਈ ਨਹੀਂ ਹੁੰਦਾ ਵੀ ਆ ਮੈਂ ਤੈਨੂੰ ਹੁਣ ਲੇਖਿਆਂ 'ਚੋਂ ਬਚਾ ਲਵਾਂ। ਮਹਾਰਾਜ ਕਹਿੰਦੇ ਜਿਨ੍ਹਾਂ ਵਾਸਤੇ ਭੱਜਦਾ ਦੌੜਦਾ ਰਿਹਾ, ਰੱਬ ਨੂੰ ਭੁਲਾ ਛੱਡਿਆ, ਜਿਸ ਦਿਨ ਇਹਦਾ ਲੇਖਾ ਹੋਣਾ ਹੈ ਫਿਰ ਉਦਣ ਤਿੱਥੈ ਕੋਏ ਨਾ ਚੱਲਿਓ ਨਾਲ। ਇੱਕ ਵੀ ਇਹਦਾ ਜਿਹਨੂੰ ਇਹਨੇ ਸਹਾਰਾ ਸਮਝਿਆ ਸੀ, ਇੱਕ ਵੀ ਜੀ ਇਹਦੇ ਸਾਥ ਨਹੀਂ ਗਿਆ, ਕੋਈ ਮਾਇਆ ਇਹਦੇ ਨਾਲ ਨਹੀਂ ਜਾਂਦੀ। ਰੋਵਣ ਵਾਲੇ ਜੇਤੜੇ ਸਭ ਬੰਨ੍ਹੈ ਪੰਡ ਪਰਾਲ। ਤੇ ਪਿੱਛੇ ਜਿੰਨੇ ਵੀ ਰੋਣ ਵਾਲੇ ਹਨ ਉਹ ਤਾਂ ਮੰਨ ਲਓ ਇਸ ਤਰ੍ਹਾਂ ਹੈ ਜਿਵੇਂ ਪਰਾਲੀ ਦੀ ਪੰਡ ਬੰਨੀ ਫਿਰਦੇ ਹਨ। ਹੁਣ ਮੰਨ ਲਓ ਮਨੁੱਖ ਮਰਦਾ ਹੈ, ਉਹ ਪਿੱਛੇ ਰੋਂਦੇ ਪਿੱਟਦੇ ਰਹਿੰਦੇ, ਸੰਸਕਾਰ ਕਰਤਾ, ਪਰ ਉਹਨਾਂ ਦੇ ਰੋਣ ਪਿੱਟਣ ਨਾਲ ਮਰ ਚੁੱਕੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਨਾ ਹੋਣ ਲੱਗਾ। ਇਹ ਤਾਂ ਨਹੀਂ ਵੀ ਪਿਛਲਾ ਪਰਿਵਾਰ ਰੋਂਦਾ ਪਿਆ ਤੇ ਇਹਨੂੰ ਅੱਗੇ ਜਾ ਕੇ ਲੇਖਿਆਂ ਦੇ ਵਿੱਚ ਕੋਈ ਛੋਟ ਮਿਲ ਜੂਗੀ, ਭਰਾਵਾ ਤੇਰੇ ਉਹ ਰਿਸ਼ਤੇਦਾਰ ਰੋਂਦੇ ਪਏ ਚੱਲ ਤੈਨੂੰ ਮਾਫ ਕਰ ਦਿੰਦੇ, ਇਸ ਤਰ੍ਹਾਂ ਨਹੀਂ ਹੋਣਾ ਮਹਾਰਾਜ ਕਹਿੰਦੇ। ਇਸ ਕਰਕੇ ਇਹਦੇ ਵਾਸਤੇ ਤਾਂ ਜਿਹੜੇ ਪਿਛਲੇ ਰੋਣ ਵਾਲੇ ਆ ਉਹ ਤਾਂ ਪਰਾਲੀਆਂ ਦੀਆਂ ਪੰਡਾ ਬੰਨੀ ਜਾਂਦੇ, ਉਹਨਾਂ ਦਾ ਫਾਇਦਾ ਇਹਨੂੰ ਕੋਈ ਨਹੀਂ ਹੋਣ ਵਾਲਾ। ਸਭ ਕੋ ਆਖੈ ਬਹੁਤ ਬਹੁਤ ਘੱਟ ਨਾ ਆਖੈ ਕੋਏ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨਾਂ ਬਚਨਾਂ ਦੇ ਅਰਥ ਇਹ ਵੀ ਕੀਤੇ ਆ ਵੀ ਸਾਰੇ ਵੱਧ ਤੋਂ ਵੱਧ ਹੀ ਮੰਗਦੇ, ਘੱਟ ਕੋਈ ਵੀ ਨਹੀਂ ਮੰਗਦਾ। ਮੰਗੀ ਜਾਂਦੇ ਰੱਬ ਜੀ ਮੈਨੂੰ ਆਹ ਵੀ ਦੇ ਆਹ ਵੀ ਦੇ, ਘੱਟ ਤਾਂ ਕੋਈ ਵੀ ਨਹੀਂ ਮੰਗਦਾ। ਪਰ ਬਾਕੀ ਸਟੀਕ ਦੇ ਵਿੱਚ ਜਿਹੜੇ ਇਹਨਾਂ ਦੇ ਅਰਥ ਕੀਤੇ ਆ ਉਹ ਇਹ ਕੀਤੇ ਵੀ ਸਭ ਕੋ ਆਖੈ ਬਹੁਤ ਬਹੁਤ, ਸਾਰੇ ਕਹਿੰਦੇ ਵੀ ਵਾਹਿਗੁਰੂ ਤੂੰ ਬਹੁਤ ਹੈ, ਤੂੰ ਬੜਾ ਵੱਡਾ ਹੈ, ਘੱਟ ਨਾ ਆਖੈ ਕੋਏ। ਕੋਈ ਵੀ ਵਾਹਿਗੁਰੂ ਜੀ ਨੂੰ ਘੱਟ ਨਹੀਂ ਕਹਿੰਦਾ, ਛੋਟਾ ਨਹੀਂ ਕਹਿੰਦਾ, ਸਾਰੇ ਵਾਹਿਗੁਰੂ ਜੀ ਨੂੰ ਵੱਡਾ ਹੀ ਦੱਸਦੇ ਹਨ। ਕੀਮਤ ਕਿਨੈ ਨਾ ਪਾਈਆ ਕਹਿਣ ਨਾ ਵੱਡਾ ਹੋਏ। ਤੇ ਕੋਈ ਉਹਦੀ ਕੀਮਤ ਨਹੀਂ ਪਾ ਸਕਦਾ, ਭਾਵੇਂ ਉਹਨੂੰ ਕੋਈ ਕਹੀ ਜਾਵੇ, ਪਰ ਕਹਿਣ ਨਾਲ ਤਾਂ ਰੱਬ ਨੇ ਵੱਡਾ ਨਹੀਂ ਨਾ ਹੋ ਜਾਣਾ। ਹੁਣ ਅਸੀਂ ਕਹੀ ਜਾਂਦੇ ਰੱਬ ਬੜਾ ਵੱਡਾ ਹੈ, ਰੱਬ ਬੜਾ ਵੱਡਾ ਹੈ, ਪਰ ਉਹ ਤਾਂ ਆਪਣੇ ਆਸਣ 'ਤੇ ਟਿਕਿਆ, ਉਹਨੂੰ ਕੋਈ ਫਰਕ ਨਹੀਂ ਪੈਣ ਵਾਲਾ। ਨਿੰਦਿਆ ਕਰਨ ਨਾਲ ਉਹਨੇ ਛੋਟਾ ਨਹੀਂ ਹੋ ਜਾਣਾ, ਸਿਫਤ ਕਰਨ ਦੇ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ। ਕਹਿਣ ਨਾ ਵੱਡਾ ਹੋਏ, ਸਾਡੇ ਕਹਿਣ ਨਾਲ ਨਹੀਂ ਉਹਨੇ ਵੱਡਾ ਹੋਣਾ, ਉਹ ਜਿੱਡਾ ਹੈਗਾ ਉਹਨੇ ਓਡਾ ਹੀ ਰਹਿਣਾ, ਉਹ ਬੇਅੰਤ ਹੈ, ਉਹਨੇ ਬੇਅੰਤ ਹੀ ਰਹਿਣਾ ਹੈ। ਇਹ ਸਤਿਗੁਰੂ ਫਿਰ ਅੱਗੇ ਬਖਸ਼ਿਸ਼ ਕਰਦੇ ਹਨ। ਸਾਚਾ ਸਾਹਿਬ ਏਕ ਤੂੰ ਹੋਰ ਜੀਆ ਕੇਤੇ ਲੋ। ਹੇ ਸਦੀਵੀ ਰਹਿਣ ਵਾਲੇ ਸਾਹਿਬ ਮਾਲਕ ਵਾਹਿਗੁਰੂ ਜੀ ਤੂੰ ਇੱਕ ਹੀ ਹੈ, ਬਾਕੀ ਤੇਰੇ ਕਿੰਨੇ ਜੀਵ ਹਨ, ਕਿੰਨੇ ਲੋਕ ਹਨ, ਜੀਵ ਬੇਅੰਤ ਹਨ, ਪਰ ਇਹਨਾਂ ਸਾਰੇ ਜੀਆਂ ਲੋਆਂ ਦਾ ਮਾਲਕ ਤੂੰ ਇੱਕ ਹੈ। ਇਹ ਨਹੀਂ ਵੀ ਜੇ ਅਲੱਗ ਪ੍ਰਿਥਵੀ ਆ ਦੂਜੀ ਪ੍ਰਿਥਵੀ ਤੇ ਉਹਦਾ ਕੋਈ ਰੱਬ ਹੋਰ ਹੋਏਗਾ, ਨਹੀਂ ਨਹੀਂ, ਅਨੇਕਾਂ ਲੋਕ ਹੋਣਗੇ, ਅਨੇਕਾਂ ਜੀਵ ਹੋਣਗੇ, ਪਰ ਸਾਰਿਆਂ ਦਾ ਮਾਲਕ ਸਾਹਿਬ ਵਾਹਿਗੁਰੂ ਤੂੰ ਇੱਕ ਹੀ ਹੈ। ਤੂੰ ਸਦੀਵੀ ਰਹਿਣ ਵਾਲਾ ਹੈ, ਬਾਕੀ ਸਾਰੇ ਨਾਸ਼ਵੰਤ ਹਨ। ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ। ਹੁਣ ਵੇਖੋ ਕਿੰਨੇ ਪਿਆਰ ਦੇ ਨਾਲ ਸਤਿਗੁਰੂ ਇਹ ਬਖਸ਼ਿਸ਼ ਕਰਦੇ ਹਨ। ਮਹਾਰਾਜ ਕਹਿੰਦੇ ਮੰਨ ਲਓ ਕੋਈ ਨੀਵਿਆਂ ਤੋਂ ਨੀਵਾਂ ਹੋਵੇ, ਨੀਚਾ ਅੰਦਰ ਨੀਚ ਜਾਤ, ਨੀਚ ਤੋਂ ਵੀ ਨੀਚ ਜਾਤ ਹੋਵੇ ਤੇ ਉਸ ਨੀਚ ਜਾਤ ਤੋਂ ਵੀ ਅੱਤ ਦਰਜੇ ਦੀ ਨੀਚ ਜਾਤ ਹੋਵੇ, ਭਾਵ ਨੀਵਿਆਂ ਤੋਂ ਵੀ ਨੀਵਾਂ, ਫਿਰ ਉਸ ਨੀਵੇਂ ਚੋਂ ਵੀ ਹੋਰ ਅੱਤ ਦਰਜੇ ਦਾ ਨੀਵਾਂ ਹੋਵੇ। ਅੱਗੋਂ ਮਹਾਰਾਜ ਫਰਮਾਉਂਦੇ ਹਨ, ਨਾਨਕ ਤਿਨਕੈ ਸੰਗ ਸਾਥ ਵੱਡਿਆ ਸਿਉ ਕਿਆ ਰੀਸ। ਤੇ ਗੁਰੂ ਨਾਨਕ ਸਾਹਿਬ ਫਿਰ ਅਰਦਾਸ ਕਰਦੇ, ਹੇ ਪ੍ਰਮਾਤਮਾ ਜਿਹੜੇ ਨੀਵਿਆਂ ਤੋਂ ਨੀਵੇਂ ਹਨ ਤੇ ਨੀਵਿਆਂ ਤੋਂ ਵੀ ਅੱਤ ਦਰਜੇ ਦੇ ਨੀਵੇਂ ਹਨ, ਤੇਰੇ ਅੱਗੇ ਅਰਦਾਸ ਆ ਵੀ ਮੈਨੂੰ ਉਹਨਾਂ ਦਾ ਸਾਥ ਬਖਸ਼ੀ। ਵੱਡਿਆਂ ਸਿਉ ਕਿਆ ਰੀਸ, ਕਿਉਂਕਿ ਵੱਡਿਆਂ ਦੇ ਨਾਲ ਨਹੀਂ ਮੇਰੀ ਨਿਭਣੀ, ਵੱਡਿਆਂ ਦਾ ਮੈਂ ਕੋਈ ਹਾਮੀ ਨਹੀਂ ਬਣਨਾ ਚਾਹੁੰਦਾ, ਉਹ ਹੰਕਾਰੇ ਤੁਰੇ ਫਿਰਦੇ ਹੋਣਗੇ, ਪਰ ਵਾਹਿਗੁਰੂ ਤੇਰੇ ਅੱਗੇ ਅਰਦਾਸ ਆ ਵੀ ਤੂੰ ਮੈਨੂੰ ਨੀਵਿਆਂ ਦਾ ਹੀ ਸਾਥ ਬਖਸ਼ੀ। ਤੇ ਅੱਗੋਂ ਵੇਖੋ ਫਿਰ ਮਹਾਰਾਜ ਕੀ ਫਰਮਾਉਂਦੇ ਹਨ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਇਹ ਅਰਦਾਸ ਕਿਉਂ ਕੀਤੀ ਗਈ? ਕਿਉਂਕਿ ਮਹਾਰਾਜ ਕਹਿੰਦੇ ਜਿੱਥੇ ਨੀਚ ਸੰਭਾਲੀਅਨ, ਜਿੱਥੇ ਨੀਵਿਆਂ ਦੀ ਸਾਰ ਲਈ ਜਾਂਦੀ ਹੈ ਨਾ, ਤਿੱਥੈ ਨਦਰ ਤੇਰੀ ਬਖਸ਼ੀਸ। ਹੇ ਵਾਹਿਗੁਰੂ ਉੱਥੇ ਤੂੰ ਮਿਹਰ ਭਰੀ ਨਜ਼ਰ ਨਾਲ ਤੱਕਦਾ ਹੈ। ਜਿਹੜਾ ਮਨੁੱਖ ਨੀਵਿਆਂ ਦੀ ਸਾਰ ਲਵੇਗਾ ਉਹਦੇ ਤੇ ਵਾਹਿਗੁਰੂ ਦੀ ਕਿਰਪਾ ਹੋਏਗੀ। ਤੋ ਅਸੀਂ ਐਡਰੈਸ ਲੱਭਦੇ ਆ ਨਾ ਵੀ ਰੱਬ ਦੀ ਕਿਰਪਾ ਕਿੱਥੇ ਹੁੰਦੀ ਆ, ਮਹਾਰਾਜ ਨੇ ਹੱਲ ਕੱਢਤਾ ਜੇ। ਜਿੱਥੇ ਨੀਵਿਆਂ ਦੀ ਸਾਰ ਲਈ ਜਾਂਦੀ ਆ ਨਾ ਸਤ ਸੰਗਤ, ਉੱਥੇ ਵਾਹਿਗੁਰੂ ਨੇ ਕਿਰਪਾ ਕਰਨੀ ਹੀ ਕਰਨੀ ਹੈ। ਜਿੱਥੇ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ। ਤੋ ਇਹ ਦੋ ਬਚਨਾਂ ਦੀ ਵਿਚਾਰ ਅੱਜ ਆਪਾਂ ਸਤ ਸੰਗਤ ਕੀਤੀ ਹੈ।
ਅਗਲੇ ਦੇ ਬਚਨਾਂ ਦੀ ਵਿਚਾਰ ਅਗਲੇ ਦੀਵਾਨਾਂ ਦੇ ਵਿੱਚ ਕਰਾਂਗੇ। ਆਓ ਆਖਰੀ ਪਦਾ ਪੜ੍ਹ ਕੇ ਆਪਾਂ ਫਿਰ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਨੀਚਾ ਅੰਦਰ ਨੀਚ ਜਾਤ, ਨੀਚੀ ਹੂ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਆਂ, ਤਿੱਥੈ ਨਦਰ ਤੇਰੀ ਬਖਸ਼ੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।